ਪ੍ਰਦੇਸ਼ ਟਾਈਮਸ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਤੁਹਾਡਾ ਅਜ਼ੀਜ਼, ਤੁਹਾਡਾ ਦੋਸਤ ਪਰਮਪਾਲ ਸਿੰਘ ਤੁਹਾਡੇ ਨਾਲ ਮੁਖਾਤਬ ਹੈ। ਜਿਵੇਂ ਆਪਾਂ ਪਹਿਲਾਂ ਚੱਲਿਆ ਸੀਗਾ ਕਿ ਪੰਜਾਬੀ ਕੌਣ ਹੁੰਦੇ ਨੇ ਤੇ ਕੀ ਉਹ ਪੰਜਾਬੀ ਬੋਲਣ ਵਾਲੇ ਲੋਕ ਹੁੰਦੇ ਨੇ ਜਾਂ ਪੰਜਾਬ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ, ਉਸ ਦੇ ਸੰਦਰਭ ਦੇ ਵਿੱਚ ਹੀ ਪਹਿਲਾਂ ਮੈਂ ਇੱਕ ਤੁਹਾਡੇ ਲਈ ਕਲਿੱਪ ਤਿਆਰ ਕੀਤਾ ਸੀ, ਗੱਲਬਾਤ ਕੀਤੀ ਸੀ ਆਪਾਂ। ਉਹਦੇ ਵਿੱਚ ਸੀਗਾ ਕਿ ਪੰਜਾਬੀ ਬੋਲਣ ਵਾਲੇ ਲੋਕ ਪੰਜਾਬੀ ਹੁੰਦੇ ਹਨ। ਉਹਦੇ ਤੇ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ 'ਚ ਵੀ ਥੋੜ੍ਹੀ ਬਹੁਤੀ ਗੱਲਬਾਤ ਕੀਤੀ ਸੀ। ਤੇ ਅੱਜ ਮੈਂ ਕੁਝ ਲੈ ਕੇ ਆਇਆ ਹੈਗਾ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਪੰਜਾਬੀ ਹੁੰਦੇ ਹਨ। ਇਸ ਪ੍ਰਸ਼ਨ ਦੇ ਵਿੱਚ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੂੰਗਾ ਪੰਜਾਬ ਦੇ ਪ੍ਰਤੀ, ਵੀ ਪੰਜਾਬ ਖੇਤਰ ਦੇ ਵਿੱਚ ਰਹਿਣ ਵਾਲੇ ਲੋਕ ਕੀ ਉਹ ਪੰਜਾਬੀ ਹੁੰਦੇ ਹਨ। ਸੋ ਇੱਥੇ ਆਪਾਂ ਪੰਜਾਬ ਦੇ ਪਿਛੋਕੜ ਬਾਰੇ ਜਾਈਏ ਤਾਂ ਮੈਂ ਮੋਟਾ ਕਰਕੇ ਤੁਹਾਨੂੰ ਦੱਸੂੰਗਾ। ਪੰਜਾਬ ਦਾ ਜਿਹੜਾ ਇਤਿਹਾਸ ਹੈ ਬਹੁਤ ਜ਼ਿਆਦਾ ਪੁਰਾਣਾ ਹੈ। 5000 BC, ਜਾਣੀ ਅੱਜ ਤੋਂ ਲਾ ਲਓ ਤੁਸੀਂ 7000 ਸਾਲ ਪਹਿਲਾਂ ਦਾ ਸਾਨੂੰ ਪ੍ਰਮਾਣ ਮਿਲਦਾ ਹੈ ਕਿ ਪੰਜਾਬ ਹੋਂਦ ਦੇ ਵਿੱਚ ਆ ਚੁੱਕਿਆ ਸੀ। ਉਸ ਤੋਂ ਪਹਿਲਾਂ ਦੇ ਪ੍ਰਮਾਣ ਹੈ ਜਿਹੜੇ ਉਹ ਇੰਨੇ ਪਾਏਦਾਰ ਨਹੀਂ ਗਏ ਕਿ ਜਿਸ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾ ਸਕੇ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਜਿਹੜਾ ਇਹ ਪਰਸ਼ੀਅਨ ਨਾਂ ਹੈਗਾ, ਪੰਜ ਤੋਂ ਮਤਲਬ 5 ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਆਬ ਤੋਂ ਮਤਲਬ ਪਾਣੀ ਜਿਹਨੂੰ ਅਸੀਂ ਵਾਟਰ ਕਹਿੰਦੇ ਹਾਂ। ਤਾਂ ਪੰਜਾਬ 5 ਦਰਿਆਵਾਂ ਦੀ ਧਰਤੀ, ਤਾਂ ਇਸ ਨੂੰ ਅਸੀਂ ਪੰਜਾਬ ਕਿਹਾ ਜਾਂਦਾ ਹੈ। ਇਸ ਦੇ ਨਾਂ ਤੋਂ ਹੀ ਸਪਸ਼ਟ ਹੈ। ਜੇ ਅਸੀਂ ਇਸ ਖਿੱਤੇ ਦੇ ਵਿੱਚ ਜਾਈਏ ਤਾਂ ਦੱਖਣੀ ਏਸ਼ੀਆ ਦੇ ਵਿੱਚ ਜਿਹੜਾ ਉੱਤਰੀ ਭਾਗ ਹੈਗਾ, ਦੱਖਣੀ ਏਸ਼ੀਆ ਦੇ ਵਿੱਚ ਜਿਹੜਾ ਉੱਤਰੀ ਭਾਗ ਹੈ, ਉਸ ਨੂੰ ਅਸੀਂ ਪੰਜਾਬ ਅਸੀਂ ਮੰਨ ਸਕਦੇ ਹਾਂ। ਜਿਸ ਦੇ ਵਿੱਚ ਕਿ ਜਿਹੜਾ ਏਰੀਆ ਅਫਗਾਨਿਸਤਾਨ ਦਾ ਥੋੜ੍ਹਾ ਜਿਹਾ ਏਰੀਆ ਕਹਿ ਲਓ, ਪਾਕਿਸਤਾਨ ਸਾਰਾ ਕਹਿ ਲਓ, ਭਾਰਤ ਦਾ ਉੱਤਰੀ ਭਾਰਤ ਦਾ ਹਿੱਸਾ ਜਿਹਦੇ ਵਿੱਚ ਜੰਮੂ ਕਸ਼ਮੀਰ ਤੇ ਇਧਰਲੇ ਪਾਸੇ ਹਿਮਾਚਲ ਪ੍ਰਦੇਸ਼ ਤੇ ਤਿੱਬਤ ਦੇ ਨਾਲ ਜਾ ਲੱਗਦਾ ਹੈਗਾ ਜਿਹੜਾ ਖੇਤਰ, ਤੇ ਇੱਥੋਂ ਤੱਕ ਕਿ ਕਿਸੇ ਟਾਈਮ ਦਿੱਲੀ ਤੱਕ ਜਿਹੜਾ ਸੀਗਾ, ਇਸ ਖੇਤਰ ਦੇ ਵਿੱਚ ਜਿਹਨੂੰ ਪੰਜਾਬ ਮੰਨਿਆ ਜਾਂਦਾ। ਤੇ ਇਸ ਦੇ ਵਿੱਚ 5 ਦਰਿਆ ਚੱਲਦੇ ਆ। ਵੈਸੇ 7 ਦਰਿਆ ਵੀ ਕਿਸੇ ਟਾਈਮ ਹੁੰਦੇ ਸੀ, ਲੇਕਿਨ ਪੰਜਾਬ ਤੋਂ ਮਤਲਬ 5 ਦਰਿਆ ਹੀ ਹੈ। 3300 BC ਯਾਨੀ ਬਿਫੋਰ ਕ੍ਰਾਈਸਟ ਦੇ ਵਿੱਚ ਇਸ ਦਾ ਜਿਹੜਾ ਵਿਕਾਸ ਹੋਇਆ, ਵਿਕਸਿਤ ਹੋਇਆ ਇਹ ਨਾਂ। ਤੇ ਇਸ ਦੇ ਵਿੱਚ ਇਹ ਉਸ ਸਮੇਂ ਦੀ ਸੱਭਿਅਤਾ ਦੇ ਵਿੱਚ ਅਸੀਂ ਪੰਜਾਬੀਆਂ ਨੂੰ ਦੇਖ ਸਕਦੇ ਹਾਂ। ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਖਿੱਤੇ ਦੇ ਵਿੱਚ ਨਾ ਕਈ ਤਰ੍ਹਾਂ ਦੇ ਛੋਟੇ ਕਬੀਲੇ ਰਹਿੰਦੇ ਹੁੰਦੇ ਸੀਗੇ। ਜਾਣੀ ਉਹ ਬਾਅਦ ਦੇ ਵਿੱਚ ਜਿਹਦੇ ਕੋਲ ਵੱਡਾ ਕਬੀਲਾ ਉਸ ਨੂੰ ਰਾਜਾ ਕਹਿ ਦਿੰਦੇ ਸੀ, ਆਪਣੇ ਆਪ ਦੇ ਵਿੱਚ ਮਾਣ ਮੱਤੇ ਰਾਜੇ ਬਣੇ ਹੋਏ ਸੀਗੇ। ਤਾਂ ਉਹ ਆਪਸ ਵਿੱਚ ਲੜਦੇ ਭਿੜਦੇ ਵੀ ਰਹਿੰਦੇ ਹੁੰਦੇ ਸੀਗੇ। ਜਿਹੜਾ ਇੱਕ ਰਾਜਾ ਜਿਹਦੇ ਬਾਰੇ ਬਹੁਤ ਪੁਰਾਣਾ ਮਤਲਬ ਕਿ ਇਤਿਹਾਸ ਗਵਾਹ ਉਸ ਗੱਲ ਦਾ, ਤੇ ਕਹਾਣੀਆਂ ਵੀ ਬੜੀਆਂ ਪ੍ਰਚਲਿਤ ਹੈ, ਜਿਹੜਾ ਕਿ ਪੂਰਵਸ ਦਾ ਜਿਹੜਾ ਰਾਜ ਹੁੰਦਾ ਸੀਗਾ, ਉਦੋਂ ਪੋਰਸ ਰਾਜਾ ਸੀ। ਤਾਂ ਜਿਹੜਾ ਇਸ ਖਿੱਤੇ ਦੇ ਵਿੱਚ ਬੜੇ ਪੁਰਅਮਨ ਰਹਿਣ ਵਾਲਾ ਸੀਗਾ, ਉਸ ਦੀ ਸ਼ਖਸੀਅਤ ਜਿਹੜੀ ਆਮ ਤੌਰ ਉੱਤੇ ਜ਼ਿਆਦਾ ਵਧੀਆ ਕਰਕੇ ਦਿਖਾਈ ਜਾਂਦੀ ਹੈ। ਪਰ ਇਸ ਦੇ ਨਾਲ ਲੜਾਈ ਹੋਈ ਸੀ ਇਸ ਦੀ ਸਿਕੰਦਰ ਦੇ ਨਾਲ, ਅਲੈਗਜ਼ੈਂਡਰ, ਜਿਹੜਾ ਕਿ ਪੱਛਮੀ ਦੇਸ਼ਾਂ ਤੋਂ ਆਇਆ ਸੀਗਾ, ਉਹ ਤੁਰਕਸਤਾਨ ਤੋਂ ਵੀ ਅੱਗੇ, ਤੁਰਕੀ ਤੋਂ ਅੱਗੇ। ਤਾਂ ਉਹਨਾਂ ਨੇ ਲੜਾਈ ਕੀਤੀ ਸੀ। ਉਹ ਲੜਾਈ ਜਿਹੜੀ ਸੀਗੀ ਉਹ ਪੰਜਾਬ ਦੇ ਵਿੱਚ ਹੋਈ ਹੈ, ਤੇ ਇਤਿਹਾਸਕਾਰਾਂ ਨੇ ਉਸ ਕਿਤਾਬ ਦੇ ਵਿੱਚੋਂ ਇਸ ਪੰਜਾਬ ਦਾ ਨਾਂ ਮੁਕੰਮਲ ਤੌਰ ਉੱਤੇ ਲਿਆ ਹੈਗਾ ਤੇ ਦੱਸਿਆ ਹੈਗਾ। ਤਾਂ ਉਸ ਲੜਾਈ ਦਾ ਵੀ ਤੁਹਾਨੂੰ ਪਤਾ ਹੀ ਹੈ ਕਿ ਜ਼ਿਕਰ ਹੈ ਕਿ ਜਿਹੜਾ ਅਲੈਗਜ਼ੈਂਡਰ ਸੀਗਾ, ਉਸ ਨੇ ਜਦੋਂ ਲੜਾਈ ਕੀਤੀ ਸੀਗੀ ਉੱਥੇ ਉਹ ਖਿੱਤੇ ਮਤਲਬ ਹਥਿਆਉਣ ਦੇ ਵਿੱਚ ਲੜਾਈਆਂ ਕਰਦੇ ਸੀ ਉਸ ਸਮੇਂ, ਵੀ ਆਪਦੇ ਰਾਜ ਦੇ ਵਿੱਚ ਹੋਰ ਖਿੱਤਾ ਮਿਲਾ ਲਓ ਤੇ ਹੋਰ ਮਤਲਬ ਕਿ ਮੇਰਾ ਰਾਜ ਵੱਡਾ ਹੋ ਜੂ ਤੇ ਮੈਂ ਬਹੁਤ ਵੱਡਾ ਰਾਜਾ ਬਣ ਜਾਊਗਾ। ਤਾਂ ਉਹ ਜਦੋਂ ਅਲੈਗਜ਼ੈਂਡਰ ਉੱਥੇ ਆਇਆ ਤਾਂ ਉਹ ਘੋੜਿਆਂ ਤੇ ਲੜਦੇ ਹੁੰਦੇ ਸੀਗੇ ਤੇ ਹੋਰ ਉਹਨਾਂ ਕੋਲ ਜੋ ਜੰਗੀ ਸਾਜੋ ਸਮਾਨ ਸੀਗਾ ਉਹ ਹੁੰਦਾ ਸੀ। ਪਰ ਪਹਿਲੀ ਵਾਰ ਉਸਨੇ ਹਾਥੀਆਂ ਨੂੰ ਜੰਗੇ ਮੈਦਾਨ ਦੇ ਵਿੱਚ ਲੜਦਿਆਂ ਨੂੰ ਦੇਖਿਆ ਸੀ। ਜਾਣੀ ਕਿ ਪੋਰਸ ਜਿਹੜਾ ਸੀਗਾ ਉਸ ਦੇ ਕੋਲੇ ਹਾਥੀ ਸੀਗੇ, ਤੇ ਉਸ ਵਕਤ ਜਦੋਂ ਹਾਥੀਆਂ ਦੇ ਨਾਲ ਲੜਨਾ ਘੋੜਿਆਂ ਨੂੰ ਕਈ ਤਰੀਕੇ ਦੇ ਨਾਲ ਮੁਸ਼ਕਲ ਵੀ ਹੁੰਦਾ ਸੀ, ਪਰ ਫਾਈਨਲੀ ਕਹਿ ਲਓ ਕਿ ਅੰਤ ਦੇ ਉੱਤੇ ਸਿਕੰਦਰ ਨੂੰ ਜਿੱਤਦਾ ਦਿਖਾਇਆ ਗਿਆ। ਤਾਂ ਜਦੋਂ ਉਸ ਨੂੰ ਜਿੱਤਦਾ ਦਿਖਾਇਆ ਗਿਆ ਤਾਂ ਉਹ ਪੋਰਸ ਦੇ ਜਿਹੜਾ ਜੰਗੀ ਸ਼ੈਲੀ ਸੀ ਨਾ, ਜਿਹੜੀ ਜੰਗ ਨੂੰ ਲੜਨ ਦਾ ਜਿਹੜਾ ਕਹਿ ਲਓ ਕਿ ਇੱਕ ਤਰੀਕਾ ਸੀਗਾ, ਜਿਹੜਾ
ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਸਗੋਂ ਉਸ ਨੇ ਕੀ ਕੀਤਾ ਕਿ ਪੋਰਸ ਨੂੰ ਉਸ ਦੇ ਜਿਹੜੇ ਇਲਾਕੇ ਜਿੱਤੇ ਸੀ ਉਹ ਤਾਂ ਵਾਪਸ ਕਰ ਹੀ ਦਿੱਤੇ, ਪਰ ਹੋਰ ਇਲਾਕਾ ਵੀ ਉਸ ਨੂੰ ਅਫਗਾਨਿਸਤਾਨ ਤੋਂ ਅੱਗੇ ਤੱਕ ਦਾ ਹੋਰ ਇਲਾਕਾ ਵੀ ਉਸ ਨੂੰ ਦੇ ਦਿੱਤਾ ਕਿ ਬਈ ਤੂੰ ਇੱਥੋਂ ਦਾ ਹੁਣ ਵੱਡਾ ਰਾਜਾ ਹੈ, ਤੇ ਇੱਕ ਤਰ੍ਹਾਂ ਦੀ ਸੰਧੀ ਹੋ ਗਈ ਕਿ ਅਸੀਂ ਰਲ ਮਿਲ ਕੇ ਚੱਲਾਂਗੇ। ਇਹ ਪੰਜਾਬੀ ਲੋਕਾਂ ਦਾ ਉਸ ਟਾਈਮ ਦਾ ਕਿਰਦਾਰ ਜਿਹੜਾ ਸੀਗਾ ਉਹ ਥੋੜ੍ਹਾ ਜਿਹਾ ਸਾਹਮਣੇ ਆਇਆ ਇਸ ਕਹਾਣੀ ਤੋਂ। ਤਾਂ ਉਸ ਤੋਂ ਬਾਅਦ ਫਿਰ ਚੰਦਰਗੁਪਤ ਮੌਰੀਆ, ਉਹ ਵੀ ਮਤਲਬ ਉਹਨਾਂ ਨੇ ਵੀ ਰਾਜ ਕੀਤਾ। ਹਿੰਦੂ ਰਾਜੇ ਸੀਗੇ ਕਿਉਂਕਿ ਹਿੰਦੁਸਤਾਨ ਦਾ ਏਰੀਆ ਸੀਗਾ, ਪੰਜਾਬ ਸਾਡਾ ਉਹਦੇ ਵਿੱਚ ਹੁੰਦਾ ਸੀ। ਇੱਕ ਗੱਲ ਮਾਫ ਕਰਨਾ, ਉਸ ਟਾਈਮ ਪੰਜਾਬ ਜਿਹੜਾ ਸੀਗਾ ਤੇ ਹਿੰਦੁਸਤਾਨ ਵੱਖਰਾ ਸੀ, ਪਰ ਹਿੰਦੁਸਤਾਨ ਤੋਂ ਉੱਪਰਲੇ ਪਾਸੇ ਉੱਤਰੀ ਭਾਗ ਜਿਹੜਾ ਸੀਗਾ ਉਹ ਪੰਜਾਬ ਸੀ। ਤਾਂ 1500 ਤੋਂ 600 BC ਤੱਕ ਜਿਹੜਾ ਹੈਗਾ ਨਾ, ਇਹ ਕਾਫੀ ਮਤਲਬ ਇਹਦੇ ਵਿੱਚ ਵਿਕਾਸ ਕੀਤਾ ਗਿਆ। ਪੰਜਾਬ ਦੇ ਵਿੱਚ ਕਾਫੀ ਵੱਡਾ ਸਮਾਂ ਹੈਗਾ ਇਹ। ਉਸ ਦੇ ਦਰਮਿਆਨ ਜਿਹੜਾ ਮੇਨ ਮੈਂ ਮਤਲਬ ਕਿ ਕਰੂੰਗਾ ਕਿ ਰਿਗ ਵੇਦ ਆ, ਜਿਹੜੇ ਚਾਰੇ ਵੇਦ ਜਿਹੜੇ ਹਿੰਦੂ ਮਤ ਦੇ 4 ਵੇਦ ਆ ਜਿਹੜੇ ਉਹ ਰਚੇ ਗਏ, ਤੇ ਰਿਗ ਵੇਦ ਖਾਸ ਕਰ ਪੰਜਾਬ ਦੇ ਵਿੱਚ ਰਚਿਆ ਗਿਆ, ਜਿਸ ਦੇ ਵਿੱਚ ਕਿ ਕਈ ਤਰ੍ਹਾਂ ਦੇ ਉੱਨਤੀ ਪੂਰਵਕ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਸੀ, ਤੇ ਜਿਹਦੇ ਵਿੱਚ ਇਕਨੋਮਿਕ ਸਿਸਟਮ ਜਿਹੜਾ ਸੀ, ਜਿਹੜਾ ਕਹਿ ਲਓ ਕਿ ਅਰਥ ਸ਼ਾਸਤਰ ਦੇ ਨਾਲ ਤਾਲੁਕ ਰੱਖਦਾ ਜਾਂ ਟੈਕਸ ਦੇ ਨਾਲ ਤਾਲੁਕ ਰੱਖਦੀਆਂ ਚੀਜ਼ਾਂ ਵੀ ਉਸ ਟਾਈਮ ਦੇ ਵਿੱਚ ਰਿਗਵੇਦ ਜਦੋਂ ਲਿਖਿਆ ਜਾ ਰਿਹਾ ਸੀਗਾ ਉਹ ਉੱਥੇ ਪ੍ਰਚਲਿਤ ਸੀ। ਚਲੋ ਆਪਾਂ ਇਸ ਦੇ ਬਾਰੇ ਫੇਰ ਗੱਲ ਕਰ ਲਾਂਗੇ। ਤਾਂ ਇੱਕ ਮਹਾਭਾਰਤ ਦੀ ਲੜਾਈ ਜਿਹੜੀ ਆ ਉਹ ਵੀ ਇਸ ਖਿੱਤੇ 'ਚ ਹੋਈ ਸੀ, ਕੁਰੂਕਸ਼ੇਤਰ, ਤੁਹਾਨੂੰ ਪਤਾ ਹੈਗਾ ਇਸ ਗੱਲ ਦਾ। ਤਾਂ ਉਸ ਦੇ ਵਿੱਚ ਵੀ ਉਹ ਵੀ ਪੰਜਾਬ ਦੀ ਇੱਕ ਕਹਿ ਲਓ ਕਿ ਇਤਿਹਾਸਕ ਲੜਾਈ ਹੈ। ਇੱਕ ਗੱਲ ਤੁਸੀਂ ਨਾ ਅਖੀਰ ਦੇ ਵਿੱਚ ਜਦੋਂ ਮੈਂ ਇਹ ਪੰਜਾਬ ਦੇ ਇਤਿਹਾਸ ਬਾਰੇ ਬੋਲ ਹਟਿਆ, ਤੁਸੀਂ ਗੱਲ ਨੋਟ ਕਰਕੇ ਰੱਖੋ ਕਿ ਇਸ ਖਿੱਤੇ ਨੇ ਕਿੰਨੀਆਂ ਲੜਾਈਆਂ ਲੜੀਆਂ, ਬਾਹਰੋਂ ਰਾਜੇ ਆ ਕੇ ਕਿਸ ਤਰੀਕੇ ਦੇ ਨਾਲ ਇੱਥੇ ਧਾੜਵੀ ਜਿਹੜੇ ਸੀਗੇ ਉਹ ਆ ਕੇ ਹਮਲਾ ਕਰਦੇ ਰਹੇ, ਕਿੰਨਾ ਉਹਨਾਂ ਨੇ ਖੂਨ ਵਹਾਇਆ। ਜਾਣੀ ਕੁੱਲ ਮਿਲਾ ਕੇ ਤੁਸੀਂ ਇਸ ਚੀਜ਼ ਤੇ ਇਹਦੀ ਅਧਿਐਨ ਕਰਿਓ ਇਸ ਚੀਜ਼ ਦਾ ਕਿ ਕਿੰਨਾ ਗਰਮ ਖੂਨ ਇਸ ਲੋਕਾਂ ਦਾ, ਪੰਜਾਬ ਦੇ ਰਹਿਣ ਵਾਲਿਆਂ ਦਾ ਹੈ। ਇਹ ਜਿਹੜੀ ਮੈਂ ਅਖੀਰ 'ਚ ਗੱਲ ਤੁਸੀਂ ਸੋਚਣੀ ਹੈ, ਮੈਂ ਤੁਹਾਨੂੰ ਪਹਿਲਾਂ ਦੱਸਦੀ ਕਿ ਇਸ ਦੇ ਵਿੱਚ ਤੁਸੀਂ ਖਿਆਲ ਕਰਿਓ ਇਸ ਚੀਜ਼ ਦੇ ਬਾਰੇ। ਤਾਂ ਜਿਹੜਾ 600 BC ਤੱਕ ਮਤਲਬ ਕਿ ਚਾਣਕੀਆ ਜਿਹੜਾ ਸੀ ਰਾਜਾ, ਉਹ ਵੀ ਆਇਆ। ਉਸ ਨੇ ਵੀ ਟੈਕਸ ਤੇ ਅਰਥ ਸ਼ਾਸਤਰ ਤੇ ਕਿਸ ਤਰਤੀਬਵਾਰ ਕਿਸ ਤਰ੍ਹਾਂ ਉੱਨਤੀ ਮਤਲਬ ਕਿ ਪੰਜਾਬ ਏਰੀਏ ਦੀ ਕੀਤੀ ਜਾਵੇ, ਉਹ ਉਹਦੇ 'ਚ ਵੀ ਸ਼ਾਮਲ ਹੈ। ਤਾਂ ਕੁਛ ਮੈਂ ਤਰੀਕਾਂ ਲਿਖ ਕੇ ਰੱਖੀਆਂ ਹੋਈਆਂ ਨੇ ਤਾਂ ਕਿ ਆਪਾਂ ਨੂੰ ਸੌਖਾ ਹੋ ਜਾਏ ਇਸ ਨੂੰ ਮਤਲਬ ਕਿ ਅਧਿਐਨ ਕਰਨਾ, ਇਸ ਦਾ ਗੱਲਬਾਤ ਕਰਨਾ ਤੁਹਾਡੇ ਨਾਲ। ਤਾਂ ਚੰਦਰਗੁਪਤ ਮੌਰੀਆ ਤੋਂ ਬਾਅਦ ਫਿਰ ਜਿਹੜੇ ਹੋਰ ਖੇਤਰ ਸੀ ਨਾ, ਕਾਬਲ ਦੇ ਤੇ ਅਫਗਾਨਿਸਤਾਨ ਦੇ ਜਿਹੜੇ ਹੋਰ ਖੇਤਰ ਸੀਗੇ, ਉਹ ਵੀ ਪੰਜਾਬ ਦੇ ਵਿੱਚ ਸ਼ਾਮਲ ਕਰ ਲਿੱਤੇ ਗਏ। ਆਲਦੋ ਕਿ ਉਹਦਾ ਨਾਂ ਉਦੋਂ ਵੀ ਅਫਗਾਨਿਸਤਾਨ ਸੀ, ਲੇਕਿਨ ਉਹ ਪੰਜਾਬ ਦੇ ਹਿੱਸੇ ਬਣ ਗਏ ਸੀ। ਤਾਂ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ 100 ਸਾਲ ਬਾਅਦ, ਚੰਦਰਗੁਪਤ ਮੌਰੀਆ ਦੇ 100 ਸਾਲ ਤੋਂ ਬਾਅਦ ਫਿਰ ਪੰਜਾਬ ਵਿੱਚ ਗਜ਼ਨਵੀ ਜਿਹੜੇ ਸੀਗੇ, ਮੁਸਲਿਮ ਸੀਗੇ, ਅਫਗਾਨਿਸਤਾਨ ਦੇ ਧਾੜਵੀ, ਅਫਗਾਨਿਸਤਾਨ ਤੋਂ ਉੱਪਰ ਤੁਰਕਸਤਾਨ ਦੇ ਵੱਲ ਦੇ, ਤਾਂ ਉਹ ਵੀ ਮਤਲਬ ਵੈਸੇ ਤਾਂ ਇਹ ਲੋਕ ਪਹਿਲਾਂ ਹੀ ਲੁੱਟਮਾਰਾਂ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਅਬਦਾਲੀ ਤੋਂ ਪਹਿਲਾਂ ਹੀ ਇਹਨਾਂ ਨੇ। ਤਾਂ ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਗਜ਼ਨਵੀ ਜਿਹੜੀ ਕਹਿ ਲਓ ਰਾਜਵੰਸ਼ ਉਹਨਾਂ ਦਾ ਆਇਆ। ਤਾਂ ਜਿਹੜਾ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਇਹਨਾਂ ਤੋਂ ਅਫਗਾਨਿਸਤਾਨ ਬਾਹਰ ਦੇ ਵਿੱਚ ਇਹਨਾਂ ਨੂੰ ਫਿਰ ਵਾਪਸ ਭੇਜਤਾ ਹਿੰਦੂ ਰਾਜਾਂ ਨੇ ਰਲ ਕੇ। ਤਾਂ ਫਿਰ ਗੁਪਤ ਰਾਜ ਆਇਆ, ਜਿਹਦੇ ਵਿੱਚ ਅਸੀਂ ਕਹਿ ਸਕਦੇ ਸਮੁੰਦਰ ਗੁਪਤਾ। ਤਾਂ ਉਹ ਰਾਜ ਆਇਆ। ਤਾਂ ਇਸ ਰਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਤੀਬਾਂ ਜਿਹੜੀਆਂ ਸੀਗੀਆਂ, ਜਿਹਨੂੰ ਆਪਾਂ ਪੰਜਾਬੀ 'ਚ ਅੰਗਰੇਜ਼ੀ 'ਚ ਕਹਿ ਦਿੰਦੇ ਕਿ ਸਿਸਟੇਮੈਟਿਕ ਜਿਹੜੀ ਪ੍ਰੋਗਰੈਸ ਸੀਗੀ, ਉੱਨਤੀ ਹੋਈ ਉਸ ਪੰਜਾਬ ਦੀ ਇਸ ਦੇ ਸਮੇਂ ਦੇ ਵਿੱਚ ਹੋਈ। ਸਮੁੰਦਰ ਗੁਪਤਾ ਤੇ ਰਾਮਾ ਗੁਪਤਾ ਵੀ ਇਹਦਾ ਲੜਕਾ ਸੀ, ਰਾਮਾ ਗੁਪਤਾ, ਉਹਦੇ ਸਮੇਂ ਵੀ। ਤਾਂ ਉਸ ਤੋਂ ਬਾਅਦ ਫਿਰ 600 BC ਤੱਕ ਫਿਰ ਅਸੀਂ ਫਿਰਦੇ ਹੈਗੇ ਹਾਂ। ਉਹਦੇ ਵਿੱਚ 600 ਤੋਂ 647 ਜਿਹੜਾ ਇਹ ਰਾਜ ਜਿਹੜਾ ਕੱਢ ਕੇ 600 ਤੋਂ 647 ਈਸਵੀ 'ਚ ਆ ਜਾਓ ਹੁਣ ਤੁਸੀਂ। ਮੈਂ ਇਹਦੇ ਦਰਮਿਆਨ ਜਿਹੜਾ ਸੀਗਾ ਰਾਜ ਪੁਰਅਮਨ ਰਿਹਾ, ਕੁਛ ਧਾੜਵੀ ਆਉਂਦੇ ਰਹੇ, ਕੁਛ ਲੱਗਦੇ ਰਹੇ, ਵੀ ਇਹਨੂੰ ਲਗਭਗ 1000 ਸਾਲ ਨੂੰ ਮੈਂ ਅੱਗੇ ਲੈ ਜਾਂਦਾ। ਤਾਂ ਜਿਹੜੇ ਹੁਣ ਦ੍ਰਿਸ਼ਟਾਂਤ ਮਿਲਦੇ ਆ ਜਿਵੇਂ ਸਿੰਧ ਘੱਟੀ ਦੀ ਸੱਭਿਅਤਾ ਦੇ ਹੋਰ ਸਾਰੇ, 606 ਤੋਂ 647 ਤੱਕ ਇੱਥੇ ਰਾਜਾ ਹਰਸ਼ਵਰਧਨ, ਉਹਦੀਆਂ ਵੀ ਬਹੁਤ ਹੀ ਮਤਲਬ ਕਿ ਇੱਕ ਚੰਗੇ ਰਾਜੇ ਦੇ ਤੌਰ ਤੇ ਬੜੀਆਂ ਕਹਾਣੀਆਂ ਪ੍ਰਚਲਿਤ ਨੇ ਉਹ, ਤੇ ਉਸ ਦਾ ਰਾਜ ਰਿਹਾ। ਫਿਰ ਉਸ ਤੋਂ ਬਾਅਦ 712 ਈਸਵੀ ਦੇ ਵਿੱਚ ਜਿਹੜੇ ਅਰਬ ਜਿਹੜੇ ਸੀ ਨਾ,
ਉਹ ਆਉਣ ਲੱਗੇ। ਹੁਣ ਇੱਥੇ ਮੈਂ ਗੱਲ ਇਹ ਜ਼ਿਕਰ ਕਰਨ ਦਿੰਦਾ ਕਿ ਕਿਉਂ ਆਉਂਦੇ ਸੀਗੇ ਇੱਥੇ, ਕਿਉਂਕਿ ਸਾਡੀ ਇਹ ਜ਼ਮੀਨ ਉਸੇ ਦਿਨ ਤੋਂ ਹੀ ਉਪਜਾਊ ਹੁੰਦੀ ਸੀ ਤੇ ਇੱਥੇ ਬਹੁਤ ਵਧੀਆ ਅਨਾਜ ਹੁੰਦਾ ਸੀ। ਅਨਾਜ ਕਿਉਂ ਹੁੰਦਾ ਸੀ? ਕਿਉਂਕਿ ਇਹ ਜਿਹੜਾ ਸਾਰਾ ਖੇਤਰ ਸੀ ਇਹ ਦਰਿਆਵਾਂ ਦੇ ਨਾਲ, ਕੁਦਰਤੀ ਦਰਿਆਵਾਂ ਦੇ ਨਾਲ, ਜਿਹੜਾ ਪਾਣੀ ਦੀ ਕੋਈ ਬਹੁਤ ਬਹਿਤਾਰ ਸੀ ਉਹਨਾਂ ਨਾਲ ਘਿਰਿਆ ਹੋਇਆ ਸੀਗਾ, ਤੇ ਇਸੇ ਕਰਕੇ ਇਸ ਜਿਹੜਾ ਖੇਤਰ ਦੇ ਪਿੱਛੇ ਲੜਾਈਆਂ ਬਹੁਤ ਹੁੰਦੀਆਂ ਰਹੀਆਂ। ਫਿਰ ਉਸ ਤੋਂ ਬਾਅਦ 1712 ਦੇ ਵਿੱਚ ਅਰਬ ਆ ਗਏ, ਲੇਕਿਨ ਫਿਰ ਉਹਨਾਂ ਨੂੰ ਵਿੱਚੋਂ ਮਤਲਬ ਕਿ ਸਾਰੇ ਜਣਿਆਂ ਨੇ ਰਲ ਕੇ, ਰਾਜਿਆਂ ਨੇ ਉਹਨਾਂ ਨੂੰ ਫਿਰ ਕੱਢਤਾ। ਹੋਰ ਵੀ 2-4 ਰਾਜੇ, ਹਿੰਦੂ ਰਾਜੇ ਇੱਥੇ ਹੋਏ ਨੇ। ਤਾਂ ਫਿਰ ਉਦੋਂ ਬਾਅਦ ਹਿੰਦੂ ਸ਼ਾਹੀ ਰਾਜਵੰਸ਼ ਆ ਗਿਆ, ਹਿੰਦੂ ਸ਼ਾਹੀ ਕਹਿੰਦੇ ਆ ਉਹਨਾਂ ਨੂੰ ਉਸ ਟਾਈਮ ਦੇ ਨੂੰ, ਜਿਹਦੇ ਵਿੱਚ ਰਾਜਪੂਤ ਜ਼ਿਆਦਾ ਜਿਹੜੇ ਸੀਗੇ ਉਹ ਮਰਾਠਿਆਂ ਦੇ ਉੱਤੋਂ ਉੱਠ ਕੇ ਇੱਧਰ ਆਉਣ ਲੱਗੇ। ਤਾਂ ਉਹਨਾਂ ਨੇ ਵੀ ਕੁਛ ਹਿੱਸਾ ਜਿਹੜਾ ਸੀਗਾ ਨਾ ਕਸ਼ਮੀਰ ਦਾ ਤੋਂ ਹੇਠਾਂ ਦਾ ਹਿੱਸਾ ਜਿਹੜਾ ਸੀਗਾ, ਤੇ ਉਹ ਉਹਨਾਂ ਨੇ ਰੋਕ ਲਿਆ। ਤਾਂ ਫਿਰ ਉਸ ਵਕਤ ਜਿਹੜੇ ਸੀਗੇ ਉਸ ਰਾਜ 'ਚ ਮਿਲਾ ਕੇ ਇਸ ਦੇ 7 ਦਰਿਆ ਹੋ ਗਏ ਸੀਗੇ। ਮੈਨੂੰ ਉਹਨਾਂ ਦੋਹਾਂ ਦਰਿਆਵਾਂ ਦੇ ਨਾਂ ਦਾ ਨਹੀਂ ਪਤਾ, ਲੇਕਿਨ 5 ਦਰਿਆ ਦੇ ਤਾਂ ਆਪਾਂ ਨੂੰ ਪਤਾ ਹੀ ਹੈ, ਸਤਲੁਜ, ਰਾਵੀ, ਚਨਾਬ, ਜੇਹਲਮ। ਤੇ ਇਹ ਜਿਹੜੇ ਸੀਗੇ 5 ਦਰਿਆਵਾਂ ਦੇ ਵਿੱਚ 7 ਦਰਿਆਵਾਂ, ਤੇ ਇਸ ਕਰਕੇ ਉਸ ਦਾ ਨਾਂ ਰੱਖਤਾ ਸੀ ਇਹਨਾਂ ਨੇ ਸਪਤ ਸਿੰਧੂ। ਸਪਤ ਸਿੰਧੂ ਮਤਲਬ ਕਹਿਣ ਦਾ ਸਭ ਤੋਂ ਭਾਵ 7 ਤੇ ਸਿੰਧੂ ਦਰਿਆ, ਵੀ 7 ਦਰਿਆਵਾਂ ਦੀ ਧਰਤੀ। ਤਾਂ ਫਿਰ ਕਿਉਂਕਿ ਇਹ ਧਾੜ ਵੀ ਆਉਂਦੇ ਜਾਂਦੇ ਰਹਿੰਦੇ ਸੀ, 977 ਈਸਵੀ ਦੇ ਵਿੱਚ ਫਿਰ ਜਿਹੜਾ ਗਜ਼ਨੀਵਾਦ ਜਿਹੜਾ ਹੋਇਆ, ਗਜ਼ਨੀਵਾਦ ਅਸੀਂ ਕਹਿ ਦਿੰਦੇ ਹਾਂ ਕਿਉਂਕਿ ਇਹ ਗਜ਼ਨੀ ਤੋਂ ਉੱਠੇ ਹੋਏ ਮੁਸਲਿਮ ਰਾਜੇ ਸੀ, ਅਮੀਰ ਸੀਗੇ, ਜਿਹੜੇ ਕਿ ਅਮੀਰ ਕਾਹਦੇ ਸੀਗੇ, ਲੁੱਟਾਂ ਖੋਹਾਂ ਕਰਨ ਆਉਂਦੇ ਸੀਗੇ ਤੇ ਇੱਥੋਂ ਲੁੱਟ ਕੇ ਸਾਰਾ ਸਮਾਨ ਲੈ ਜਾਂਦੇ ਸੀ ਤੇ ਉੱਥੇ ਜਾ ਕੇ ਆਪਦੇ ਆਪ ਨੂੰ ਅਮੀਰ ਦਰਸਾਉਂਦੇ ਹੁੰਦੇ ਸੀਗੇ। ਬਸ ਇਹਨਾਂ ਦਾ ਕੰਮ ਇਹ ਸੀਗਾ ਕਿ ਲੁੱਟਾਂ ਖੋਹਾਂ ਕਰਨੀਆਂ। ਉਸ ਤੋਂ ਬਾਅਦ ਫਿਰ ਜਦੋਂ ਇਹ ਆ ਕੇ ਲੁੱਟਾਂ ਖੋਹਾਂ ਕਰਕੇ ਚਲੇ ਜਾਂਦੇ, ਕੁਛ ਇਲਾਕਾ ਥੋੜ੍ਹੀ ਦੇਰ ਲਈ ਰੋਕ ਲੈਂਦੇ, ਫਿਰ ਉਹਨਾਂ ਨੂੰ ਕੱਢ ਲਿਆ ਜਾਂਦਾ, ਤਾਂ ਜਾਂਦੇ ਹੋਏ ਵੀ ਬੜਾ ਕੁਛ ਇਹ ਲੈ ਜਾਂਦੇ ਸੀਗੇ। ਤਾਂ ਇਹ ਮਾਰ ਧਾੜ ਜੀ ਜਿਹੜੀ ਚੱਲਦੀ ਰਹਿੰਦੀ ਸੀਗੀ। ਤਾਂ ਉਸ ਤੋਂ ਬਾਅਦ ਫਿਰ ਇੱਕ ਉੱਤਰੀ ਭਾਰਤ ਦੇ ਜਿਹਦੇ ਵਿੱਚ ਇੱਕ ਰਾਜਾ ਜੈਪਾਲ ਹੋਇਆ। ਤਾਂ ਉਹ ਜੈਪਾਲ ਨੇ ਨਾ ਇਹਨਾਂ ਨੂੰ ਹਰਾ ਕੇ, ਜਿਹੜਾ ਹਿੰਦੂ ਸ਼ਾਹੀ ਨਾ ਜਿਹੜੇ ਗਜ਼ਨਵੀ ਸੀਗੇ, ਜੈਪਾਲ ਤਾਂ ਪਹਿਲਾਂ ਸੀਗਾ, ਉਹਨੇ ਇਹਨਾਂ ਨੂੰ ਹਰਾ ਕੇ ਤੇ ਜਿਹੜਾ ਇਸ ਰਾਜ ਦਾ ਅੰਤ ਕਰਤਾ ਸੀ। ਜੈਪਾਲ ਨੂੰ ਗਜ਼ਨਵੀਆਂ ਨੇ ਹਰਾ ਕੇ ਇਸ ਰਾਜ ਦਾ ਅੰਤ ਕਰਤਾ ਸੀ। ਤਾਂ ਫਿਰ ਅਸੀਂ ਕਹਿ ਲਓ ਕਿ ਉਹ ਥੋੜ੍ਹੀ ਦੇਰ ਲਈ ਰਹੇ ਪੱਛਮੀ ਪੰਜਾਬ ਦੇ ਵਿੱਚ। ਤਾਂ ਫਿਰ ਅਸੀਂ 1006 ਈਸਵੀ ਤੱਕ ਪਹੁੰਚਦੇ ਹਾਂ। 1006 ਈਸਵੀ ਤੱਕ ਉਨ ਤੋਂ ਲੈ ਕੇ 10,021 ਤੱਕ ਸਾਰਾ ਜਿਹੜਾ ਪੰਜਾਬ ਸੀਗਾ ਨਾ, ਇਹ ਤੁਰਕਾਂ ਦੇ ਕਬਜ਼ੇ ਵਿੱਚ ਆ ਗਿਆ। ਤੁਰਕਸਤਾਨ ਤੋਂ ਉੱਠ ਕੇ ਤੁਰਕ ਜਿਹੜੇ ਆਏ ਸੀ ਤੁਰਕੀ ਤੋਂ, ਉਹ ਤੁਰਕਾਂ ਦੇ ਕਬਜ਼ੇ ਵਿੱਚ ਆ ਗਿਆ। ਤਾਂ ਤੁਰਕਾਂ ਦੇ ਆਉਣ ਨਾਲ ਕੁਦਰਤੀ ਤੌਰ ਉੱਤੇ ਹੈ ਕਿ ਹਿੰਦੂ ਧਰਮ ਨੂੰ ਵੀ ਬਹੁਤ ਮਤਲਬ ਕਿ ਠੇਸ ਪੁੱਜੀ, ਤੇ ਕਈ ਮੰਦਿਰ ਵੀ ਉਹਨਾਂ ਨੇ ਢਾਹ ਦਿੱਤੇ ਤੇ ਆਪਦਾ ਕਬਜ਼ਾ ਕਰ ਲਿਆ। ਤੇ ਜਿੱਥੇ ਮਤਲਬ ਕਿ ਸੀਗਾ ਕਹਿ ਲਓ ਕਿ ਇੱਕ ਤਰ੍ਹਾਂ ਦਾ ਖਾਣ ਪੀਣ ਦਾ ਬੋਲਬਾਲਾ ਉਹਨਾਂ ਦੇ ਮੁਤਾਬਕ ਹੀ ਹੋਣ ਲੱਗ ਗਿਆ, ਕਿ ਜਾਣੀ ਸਾਰੀ ਜਿਹੜੀ ਪੰਜਾਬੀ ਸੱਭਿਅਤਾ ਸੀ ਨਾ, ਜਿਹੜੀ ਇਹਨਾਂ ਰਾਜਿਆਂ ਨੇ ਚਲਾਈ ਹੋਈ ਸੀਗੀ, ਉਹਨਾਂ ਸਾਰਿਆਂ ਦਾ ਘਾਣ ਕਰਕੇ ਇੱਕ ਨਵੀਂ ਤੁਰਕੀਆਂ ਦੀ ਸੱਭਿਅਤਾ ਉੱਥੇ ਚੱਲਣੀ ਸ਼ੁਰੂ ਹੋ ਗਈ। ਤਾਂ ਫਿਰ ਤੁਰਕੀ ਜਿਹੜੇ ਸੀਗੇ ਜਦੋਂ ਉਹ ਆਏ, ਤਾਂ ਜਿਹੜੇ ਹਿੰਦੂ ਵਿਦਵਾਨ ਸੀ ਨਾ, ਜਿਹੜੇ ਕਿ ਉਸ ਸਮੇਂ ਇੱਕ ਬੜੀ ਵਧੀਆ ਤਰਕਸ਼ਿਲਾ ਯੂਨੀਵਰਸਿਟੀ ਹੁੰਦੀ ਸੀ, ਤਾਂ ਉਸ ਦੇ ਵਿੱਚ ਅਧਿਐਨ ਕਰਨ ਆਉਂਦੇ ਹੁੰਦੇ ਸੀਗੇ ਜਿਹੜੇ ਹਿੰਦੂ ਜਿਹੜੇ ਵਿਦਿਆਰਥੀ ਹੁੰਦੇ ਸੀਗੇ। ਜ਼ਿਆਦਾਤਰ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੁੰਦੀ ਸੀ। ਤਾਂ ਉਹ ਫਿਰ ਜਦੋਂ ਤੁਰਕਾਂ ਦਾ ਇੱਥੇ ਰਾਜ ਹੋ ਗਿਆ, ਤਾਂ ਉਹ ਵਿਚਾਰੇ ਉੱਠ ਕੇ ਕੋਈ ਬਨਾਰਸ ਚਲਾ ਗਿਆ, ਕੋਈ ਕਸ਼ਮੀਰ 'ਚ ਚਲਾ ਗਿਆ। ਕਸ਼ਮੀਰ ਵੱਖਰਾ ਮਤਲਬ ਸੀ ਪੰਜਾਬ ਤੋਂ। ਤਾਂ ਚਲੋ ਖੈਰ 1021 ਤੱਕ ਇਹ ਆ ਗਏ, ਤਾਂ ਰਾਜ ਇਹਨਾਂ ਦਾ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਕੀ ਹੋਇਆ, 1173 ਈਸਵੀ ਤੱਕ ਇਹ ਇੱਥੇ ਇਹਨਾਂ ਦਾ ਚੱਲਦਾ ਰਿਹਾ ਕੰਮ। ਤਾਂ ਫਿਰ 1171 ਈਸਵੀ ਵਿੱਚ ਫਿਰ ਕਹਿ ਲਓ ਕਿ ਦਿੱਲੀ ਸਲਤਨਤ ਜਿਹਨੂੰ ਕਹਿੰਦੇ ਆ, ਉਹ ਦਿੱਲੀ ਸਲਤਨਤ ਤੋਂ ਭਾਵ ਹੈਗਾ ਕਿ ਦਿੱਲੀ ਦਾ ਰਾਜ ਉਹਨਾਂ ਦੇ ਮੁਗਲਾਂ ਦੇ ਹੌਲੀ ਹੌਲੀ ਮੁਗਲਾਂ ਦੇ ਵਿੱਚ ਬਦਲਦਾ ਗਿਆ, ਤੇ ਉਹ ਅੱਗੇ ਮੁਗਲ ਆਉਣੇ ਸ਼ੁਰੂ ਹੋ ਗਏ। ਫਿਰ ਤਾਂ ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਮੁਹੰਮਦ ਗੌਰੀ ਜਿਹੜਾ ਸੀਗਾ ਉਹ ਰਾਜਾ ਸੀ। ਉਹਦਾ ਇਤਿਹਾਸ ਮਿਲਦਾ ਸਾਡੇ ਕੋਲ ਬੜਾ, ਮਤਲਬ ਕਿ ਬਹੁਤ ਕੁਛ ਉਹਦੇ ਸਮੇਂ ਦੇ ਵਿੱਚ ਲਿਖਿਆ ਗਿਆ।
ਤੇ ਉਸ ਦੇ ਜਿਹੜੀ ਮੁਗਲਿਆ ਸਲਤਨਤ ਸੀ ਨਾ, ਇਹ ਦਿੱਲੀ ਨਹੀਂ, ਮੁਗਲਿਆ ਸਲਤਨਤ ਨਹੀਂ, ਦਿੱਲੀ ਸਲਤਨਤ ਜਿਹੜੀ ਸੀ ਉਹਦੇ ਦਰਮਿਆਨ ਜਿਹੜਾ ਕਾਫੀ ਪ੍ਰਗਤੀ ਹੋਈ ਪੰਜਾਬ ਦੀ। ਹੋਰ ਮਤਲਬ ਕਹਿਣ ਦਾ ਵੀ ਇਹਦੇ ਵਿੱਚ ਉਹਨਾਂ ਨੇ ਯੂਨੀਵਰਸਿਟੀਆਂ ਤਾਂ ਨਹੀਂ ਬਣਾਈਆਂ, ਪਰ ਇੱਕ ਤਰੀਕੇ ਦਾ ਜਿਹੜਾ ਸਿਸਟਮ ਸੀ ਨਾ ਉਸ ਨੂੰ ਯੋਜਨਾਬੰਦ ਕੀਤਾ ਇਹਨਾਂ ਨੇ। ਤਾਂ ਜਦੋਂ ਇਹ 1992 ਤੱਕ ਜਿਹੜਾ ਸੀਗਾ ਮੁਲਤਾਨ, ਪਸ਼ਾਵਰ ਤੇ ਲਾਹੌਰ ਇਹਨਾਂ ਨੂੰ ਜਿੱਤ ਕੇ ਦਿੱਲੀ ਦੇ ਵਿੱਚ ਦਿੱਲੀ ਦੇ ਉੱਤੇ ਕਾਬਜ ਹੋ ਗਏ ਇਹ ਜਿਹੜੇ ਸੀਗੇ ਮੁਹੰਮਦ ਗੌਰੀ ਹੋਰੀ। ਤਾਂ 1206 ਈਸਵੀ ਤੱਕ ਕੁਤਬਦੀਨ ਉਹ ਆ ਗਿਆ, ਇਹ ਵੀ ਉਸ ਦਿੱਲੀ ਸਲਤਨਤ ਦੇ ਵਿੱਚ ਹੀ ਸੀਗਾ। ਤਾਂ ਉਹ ਜਦੋਂ ਇਹ ਕੁਤਬਦੀਨ ਆ ਗਿਆ ਤਾਂ ਕੁਤਬਦੀਨ ਤੋਂ ਬਾਅਦ ਫਿਰ ਅਲਾਉਦੀਨ ਖਿਲਜੀ ਬਾਰੇ ਤਾਂ ਤੁਸੀਂ ਆਹ ਜਿਹੜੀ ਹੁਣੀ ਪਿੱਛੇ ਜੇ ਇੱਕ ਫਿਲਮ ਬਣੀ ਸੀਗੀ ਕੀ ਸੀਗੀ, ਪਦਮਬਤ ਸ਼ਾਇਦ ਇਸ ਤਰ੍ਹਾਂ ਸੀ ਉਹਦਾ ਨਾਂ। ਤਾਂ ਉਸ ਤੋਂ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਅਲਾਉਦੀਨ ਖਿਲਜੀ ਦਾ ਪੂਰਾ ਮਤਲਬ ਜਿਹੜਾ ਸ਼ਾਸਨ ਕਾਲ ਦੇ ਦਰਮਿਆਨ ਜਿਸ ਤਰ੍ਹਾਂ ਵੀ ਉਹਨੇ ਜ਼ੁਲਮ ਢਾਏ, ਖਾਸ ਕਰ ਸਾਡੇ ਮਤਲਬ ਕਿ ਸਾਡਾ ਹਿੰਦੂ ਮਤ ਨੂੰ ਬਿਲਕੁਲ ਉਹਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਾਰਾ ਉਸ ਦੇ ਵਿੱਚ ਪਦਮਾਵਤ, ਉਹਦਾ ਨਾਮ ਪਦਮਾਵਤ, ਉਹਦੇ ਵਿੱਚ ਉਹ ਦਿਖਾਇਆ ਗਿਆ ਸੀ। ਤਾਂ ਅਲਾਉਦੀਨ ਖਿਲਜੀ ਹੈ ਜਿਹੜਾ 1290 ਤੋਂ ਲੈ ਕੇ 1320 ਤੱਕ ਇੱਥੇ ਉਹ ਦਿੱਲੀ ਸਲਤਨਤ 'ਚ ਰਾਜ ਬਣਾਈ ਰੱਖਿਆ। ਤੇ ਉਹਨੇ ਇਸ ਸਮੇਂ ਦੇ ਦਰਮਿਆਨ ਨਾ ਕਾਫੀ ਕਹਿ ਲਓ ਅਤਿਆਚਾਰ ਮਚਾਇਆ, ਹਿੰਦੂ ਮੰਦਰ ਢਾਹ ਦਿੱਤੇ ਗਏ, ਕਾਫੀ ਮੰਦਰ ਢਾਹ ਦਿੱਤੇ ਗਏ। ਤਾਂ ਜਾਣੀ ਉਹ ਆਪਦਾ ਜਿੰਨਾ ਵੀ ਆਪਦਾ ਸਿੱਕਾ ਜਮਾਉਣਾ ਚਾਹੁੰਦਾ ਸੀਗਾ ਉਹਨੇ ਕੀਤਾ 1320 ਤੱਕ। ਤਾਂ 1320 ਤੋਂ ਬਾਅਦ ਫਿਰ ਤੁਗਲਕ ਰਾਜਵੰਸ਼, ਉਹਨਾਂ ਦਾ ਰਾਜ ਆ ਗਿਆ। ਇਹ ਤੁਗਲਕ ਜਿਹੜੇ ਸੀ 1320 ਤੋਂ ਲੈ ਕੇ 1413 ਤੱਕ ਰਹੇ ਇਹ। ਤਾਂ 1413 ਤੱਕ ਇਹਨਾਂ ਨੇ ਕੀ ਕੀਤਾ ਜੀ, ਕੁਛ ਨਹੀਂ ਕੀਤਾ, ਧਰਮ ਦਾ ਆਪਦੇ ਦਾ ਇਸਲਾਮ ਧਰਮ ਦਾ ਜਿਹੜਾ ਪ੍ਰਸਾਰ ਕੀਤਾ ਤੇ ਹਿੰਦੂਆਂ ਤੇ ਅਤਿਆਚਾਰ ਕੀਤਾ। ਮੈਂ ਬਿਲਕੁਲ ਸਾਫ਼ ਲਫ਼ਜ਼ਾਂ ਦੇ ਵਿੱਚ ਇਹਨਾਂ ਦੀ ਜਿਹੜੀ ਮੈਂ ਕਹਿ ਲਓ ਕਿ ਅਧਿਐਨ ਕੀਤਾ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਇਸ ਗੱਲ ਦਾ। ਪਰ ਦੇਖੋ ਇੱਥੇ ਗੱਲ ਇੱਕ ਦਾ ਜ਼ਿਕਰ ਆਉਂਦਾ ਹੈ ਕਿ ਕਿਸੇ ਵੀ ਧਰਮ ਨੂੰ ਜ਼ਬਰਦਸਤੀ ਬਦਲਣਾ, ਜ਼ਬਰਦਸਤੀ ਬਦਲਾਉਣਾ, ਇਹ ਕਿਸੇ ਵੀ ਥਾਂ ਦੇ ਉੱਤੇ ਜਿਹੜਾ ਸਲਾਹਿਆ ਨਹੀਂ ਗਿਆ। ਇੱਥੋਂ ਤੱਕ ਕਿ ਜਿਹੜੀਆਂ ਕਿਤਾਬਾਂ ਇਹਨਾਂ ਦੇ ਹੀ ਪੁਰਖਾਂ ਨੇ ਜਿਹੜੇ ਅਸਲੀ ਇਸਲਾਮ ਨੂੰ ਮੰਨਣ ਵਾਲੇ ਸੀ ਉਹਨਾਂ ਨੇ ਲਿਖੀਆਂ, ਤੇ ਔਰ ਇਹਨਾਂ ਨੇ ਇਹਨਾਂ ਦੇ ਜਿਹੜਾ ਇਹ ਕਰਮ ਸੀ ਨਾ ਉਸ ਨੂੰ ਦੁਰਕਾਰਿਆ ਕਿ ਇਹ ਬਹੁਤ ਜ਼ਿਆਦਾ ਗਲਤ ਸੀ। ਦੇਖੋ ਨਾ, ਇੱਕ ਵਧੀਆ ਚੱਲਦੀ ਸੱਭਿਅਤਾ, ਚਾਹੇ ਉਹ ਚਾਈਨੀਜ਼ ਹੈ, ਚਾਹੇ ਹਿੰਦੂ ਹੈ, ਚਾਹੇ ਅੰਗਰੇਜ਼ੀ ਹੈ, ਚਾਹੇ ਫਰਾਂਸ ਹੈ, ਚਾਹੇ ਕੁਝ ਵੀ ਹੈ, ਕਿਉਂ ਉਸ ਦਾ ਘਾਣ ਕਰਨਾ ਹੈ? ਇਹੀ ਤਾਂ ਇੱਕ ਵਿਲੱਖਣਤਾ, ਇਹੀ ਤਾਂ ਇੱਕ ਖੂਬਸੂਰਤੀ ਹੈ ਕਿ ਸਾਡੇ ਸਾਰੇ ਲੋਕ ਇਕੱਠੇ ਹੋ ਕੇ ਰਹਿਣ। ਚਲੋ ਖੈਰ ਇਹਦੇ ਵਿੱਚ ਬਹੁਤ ਵੱਡਾ ਇਤਿਹਾਸ ਹੈਗਾ, ਮੈਂ ਬਾਹਲਾ ਨਹੀਂ ਇਹਦੇ ਵਿੱਚ ਜਾਂਦਾ। ਤਾਂ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਲੋਧੀਆਂ ਦਾ ਰਾਜ ਆ ਗਿਆ। 1414 ਤੋਂ ਲੈ ਕੇ 1525 ਤੱਕ ਲੋਧੀਆਂ ਦਾ ਰਾਜ ਆ ਗਿਆ। ਜਿਹੜੇ ਲੋਧੀ ਸੀਗੇ ਇਹਨਾਂ ਨੇ ਦਿੱਲੀ ਦੇ ਉੱਤੇ ਰਾਜ ਕੀਤਾ, ਜਿਹਦੇ ਵਿੱਚ ਮੈਨੂੰ ਨਾਂ ਯਾਦ ਆ ਰਿਹਾ, ਸਿਕੰਦਰ ਲੋਧੀ ਜਿਹੜੇ ਸੀਗੇ ਉਹਨਾਂ ਦਾ ਜ਼ਿਕਰ ਜ਼ਿਆਦਾ ਆਉਂਦਾ ਹੈ। ਪਰ ਇੱਕ ਗੱਲ ਹੋਰ ਜ਼ਿਕਰ ਕਰਦਾ, ਇੱਥੇ ਗੁਰੂ ਨਾਨਕ ਪਾਤਸ਼ਾਹ ਦਾ ਇਹਨਾਂ ਸਮੇਂ ਦੇ ਦਰਮਿਆਨ ਹੀ ਉਹਨਾਂ ਦਾ ਵੀ ਆਉਣ ਹੋ ਗਿਆ। ਉਹ 1469 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ, ਉਹ ਦੁਨੀਆ ਤੇ ਆਏ। ਤਾਂ ਇਹਨਾਂ ਨੂੰ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ। ਤਾਂ ਉਹਨਾਂ ਦੀਆਂ ਜਿਹੜੀਆਂ ਉਦਾਸੀਆਂ ਇਸ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਦੇ ਵਿੱਚ ਉਹ ਵੀ ਇਸੇ ਸਮੇਂ ਦੇ ਦਰਮਿਆਨ ਹੋਈਆਂ। ਦੇਖੋ 1526 ਵਿੱਚ ਜਿਹੜਾ ਖੈਬਰ ਦर्रा ਕਹਿੰਦੇ ਹੁੰਦੇ ਸੀ, ਖੈਬਰ ਦर्रा, ਉਸ ਨੂੰ ਪਾਰ ਕਰਕੇ ਜਿਹੜੇ ਸੀਗੇ ਨਾ ਤੈਮੂਰ ਜਿਹੜੇ ਸੀਗੇ ਉਹ ਆ ਗਏ। ਤੈਮੂਰ ਭਾਵ ਕਹਿਣ ਦਾ ਬਾਬਰ ਹੋਰੀ। ਲੋਧੀਆਂ ਦੇ ਵੇਲੇ ਕੋਈ ਇਹੋ ਜਿਹਾ ਕੋਈ ਜ਼ੁਲਮ ਨਹੀਂ ਸੀ ਹੋ ਰਿਹਾ, ਲੇਕਿਨ ਠੀਕ ਹੈ ਆਪਣੇ ਧਰਮ ਦਾ ਪਸਾਰ ਚਾਰੇ ਪਾਸੇ ਚੱਲ ਰਿਹਾ ਸੀਗਾ, ਪਰ ਕੋਈ ਜੁਰਮ ਨਹੀਂ ਹੋਇਆ। ਪਰ ਬਾਬਰ ਦੇ ਆਉਣ ਤੇ ਜਿਹੜੇ ਤੁਰਕ ਸੀਗੇ ਇਹਨਾਂ ਨੇ ਇਸਲਾਮ ਦੇ ਵਿੱਚ ਵੀ ਕਈ ਤਰ੍ਹਾਂ ਦਾ ਮਤਲਬ ਤਬਦੀਲੀਆਂ ਕਰਨੀਆਂ ਸ਼ੁਰੂ ਕੀਤੀਆਂ, ਜਿਸ ਦੇ ਕਰਕੇ ਇੱਕ ਵਿਵਾਦ ਪੈਦਾ ਹੋ ਗਿਆ। ਤਾਂ ਉਹ ਵਿਵਾਦ ਦੇ ਵਿੱਚ ਫਿਰ ਇਹਨਾਂ ਨੇ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਵੀ ਕੀਤਾ, ਕਹਿ ਲਓ ਉਹਨਾਂ ਨੂੰ ਕੋਲੋਂ ਜੇਲ੍ਹ ਦੇ ਵਿੱਚ ਚੱਕੀਆਂ ਵੀ ਪਸਾਈਆਂ ਉਹਨਾਂ ਕੋਲੋਂ, ਕਿਉਂਕਿ ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਹਿੰਦੂਆਂ ਦੇ ਖਾਸ ਰਹਿਨੁਮਾ ਮੰਨੇ ਜਾਂਦੇ ਸੀ।
ਤਾਂ ਉਸ ਟਾਈਮ ਉਹਨਾਂ ਨੂੰ ਵੀ ਤਾਂ ਫਿਰ ਇਸੇ ਕਰਕੇ ਗੁਰੂ ਨਾਨਕ ਸਾਹਿਬ ਲਿਖ ਕੇ ਨਾ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਬਾਬਰ ਦੇ ਸਮੇਂ ਦੀ ਗੱਲ ਹੈ ਕਿ ਉਸਨੇ ਬਹੁਤ ਜੁਰਮ ਕੀਤਾ, ਬਹੁਤ ਜੁਰਮ ਕੀਤਾ। ਲੱਖਾਂ ਦੇ ਵਿੱਚ, ਲੱਖਾਂ ਤਾਂ ਨਹੀਂ ਹਜ਼ਾਰਾਂ ਦੇ ਵਿੱਚ ਕਹਿ ਲਓ, ਹਜ਼ਾਰਾਂ ਦੇ ਵਿੱਚ ਜਿਹੜੇ ਦੂਸਰੇ ਧਰਮ ਦੇ ਲੋਕ ਸੀਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਫਿਰ ਉਸਨੇ ਕਈ ਲੜਾਈਆਂ ਕੀਤੀਆਂ ਤੇ ਆਪਦੇ ਕਾਫੀ ਜਿਹੜਾ ਪੰਜਾਬ ਦਾ ਹਿੱਸਾ ਸੀਗਾ ਆਪਦੇ ਰਾਜ ਦੇ ਵਿੱਚ ਮਿਲਾ ਲਿਆ ਉਸਨੇ। ਤੇ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਸੀ ਉਹ ਵੀ ਇਸੇ ਸਮੇਂ ਦੇ ਦਰਮਿਆਨ ਹੋਈ ਹੈ, ਬਾਬਰ ਦੇ ਸਮੇਂ। ਫਿਰ ਇਹ ਜਿਹੜੀ ਮੁਗਲਿਆ ਸੀਗੀ ਖਾਨਦਾਨ ਉਹ ਦਿੱਲੀ ਤੇ ਕਾਬਜ ਹੋ ਗਈ ਤੇ ਅੱਗੇ ਤੁਰੀ ਆਈ। ਫਿਰ ਬਾਬਰ ਦਾ ਪੁੱਤ ਹਮਾਯੂੰ ਉਹ 16 ਸਾਲ ਰਾਜ ਕੀਤਾ, ਸ਼ੇਰਸ਼ਾਹ ਸੂਰੀ ਨੇ ਕੀਤਾ। ਫਿਰ ਉਹਦਾ ਅੱਗੇ ਕੁਛ ਲੱਗਦਾ ਹੋਊਗਾ, ਮਤਲਬ ਮੇਰਾ ਭਾਵ ਇਹ ਹੈ ਕਹਿਣ ਤੋਂ ਕਿ ਇਹ ਮੁਗਲਿਆ ਜਿਹੜੀ ਸੀ ਸਲਤਨਤ ਇਹ ਚੱਲਦੀ ਰਹੀ। ਫਿਰ ਅਕਬਰ 40 ਸਾਲ ਉਸਨੇ ਰਾਜ ਕੀਤਾ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਤੇ ਔਰੰਗਜ਼ੇਬ ਤੋਂ ਬਾਅਦ ਮੁਹੰਮਦ ਸ਼ਾਹ ਉਹਦਾ ਜਿਹੜਾ ਬੇਟਾ ਸੀ। ਤਾਂ ਜਿਵੇਂ ਜਿਵੇਂ ਮੈਂ ਤੁਹਾਨੂੰ ਇਹ ਮੁਗਲਿਆ ਸਲਤਨਤ ਦੇ ਨਾਂ ਲਏ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਬਰ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦਾ ਪ੍ਰਚਾਰ ਜ਼ੋਰਾਂ ਤੇ ਸੀ, ਉਹ ਆ ਚੁੱਕੇ ਸੀ। ਤਾਂ ਇਹ ਜਿਹੜੀ ਸਿੱਖਾਂ ਦੇ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਜਿੰਨਾ ਵੀ ਟਾਈਮ ਚੱਲਦਾ ਰਿਹਾ, ਔਰੰਗਜ਼ੇਬ ਤੱਕ ਚੱਲਦਾ ਰਿਹਾ। ਤਾਂ ਔਰੰਗਜ਼ੇਬ ਤੋਂ ਅੱਗੇ ਜਿਹੜੀ ਸੀਗੀ ਇੱਕ ਸਿਰਫ ਗੱਦੀ ਉਸਨੇ ਆਪਦੇ ਬੇਟੇ ਨੂੰ ਦਿੱਤੀ, ਜਿਹੜਾ ਮੁਹੰਮਦ ਸ਼ਾਹ ਸੀ, ਜਿਹੜਾ 1719 ਤੋਂ ਲੈ ਕੇ 1748 ਤੱਕ ਕਾਬਜ ਰਿਹਾ। ਫਿਰ ਜਿਹੜੇ ਅਸੀਂ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ 10 ਗੁਰੂਆਂ ਤੇ 10ਵੇਂ ਗੁਰੂ ਪੂਰੇ ਹੋ ਗਏ, ਤਾਂ ਜਿਹੜੀ ਗੁਰਗੱਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਗਈ ਤੇ ਇਧਰੋਂ ਮੁਗਲਿਆ ਖਾਨਦਾਨ ਵੀ ਖਤਮ ਹੋ ਗਿਆ। ਤਾਂ ਇੱਥੇ ਮਰਾਠੇ ਜਿਹੜੇ ਸੀਗੇ, ਮਰਾਠੇ ਕਹਿ ਲਓ ਤੁਸੀਂ, ਤਾਂ ਉਹ 1748 ਦੇ ਵਿੱਚ ਹਮਲਾ ਕਰਕੇ ਇਸ ਖੇਤਰ ਦੇ ਵਿੱਚ ਉਸ ਜਿਹੜਾ ਮੁਗਲਿਆ ਸਲਤਨਤ ਸੀ ਕੁਝ ਸਾਲਾਂ 'ਚ ਉਹਨਾਂ ਦਾ ਖਾਤਮਾ ਕਰਤਾ ਇਹਨਾਂ ਨੇ। ਤਾਂ ਫਿਰ ਇਹ ਜਿਹੜੇ ਸੀਗੇ ਉਸ ਟਾਈਮ ਬਹਾਦਰ ਸ਼ਾਹ ਜ਼ਫਰ ਜਿਹੜੇ ਸੀਗੇ ਉਹ ਸੀਗੇ ਤੇ ਉਹਨਾਂ ਕੋਲੋਂ ਸਲਤਨਤ ਇਹਨਾਂ ਨੇ ਥੋੜੇ ਸਮੇਂ ਲਈ ਲੈ ਲਈ। ਪਰ ਬਹਾਦਰ ਸ਼ਾਹ ਜ਼ਫਰ ਉਸ ਦੇਰ ਤੱਕ ਜਿਉਂਦੇ ਰਹੇ ਜਦੋਂ ਤੱਕ ਕਿ ਬ੍ਰਿਟਿਸ਼ ਜਾਂ ਕਹਿ ਲਓ ਕਿ ਜਿਹੜੀ ਬ੍ਰਿਟਿਸ਼ ਕਲੋਨੀਜ਼ਮ ਆ ਨਹੀਂ ਗਿਆ, ਕਿ ਜਿਹੜੇ ਬ੍ਰਿਟਿਸ਼ ਲੋਕ ਉੱਥੇ ਆ ਨਹੀਂ ਗਏ। ਤਾਂ ਜਦੋਂ ਬ੍ਰਿਟਿਸ਼ ਆਏ ਤਾਂ ਇੱਕ ਸੰਧੀ ਅਧੀਨ ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਬਰਮਾ ਜਿਹੜਾ ਜਲਾਵਤਨ ਕਰ ਦਿੱਤਾ। ਤਾਂ ਇਹਦੇ ਦਰਮਿਆਨ ਹੀ 1803 ਵਿੱਚ ਮਤਲਬ ਆ ਗਏ ਸੀਗੇ ਬ੍ਰਿਟਿਸ਼। ਤਾਂ ਉਹਨਾਂ ਨੇ ਆ ਕੇ ਫਿਰ ਉਹ ਮੁਗਲਿਆ ਖਾਨਦਾਨ ਤੇ ਮਰਾਠਿਆਂ ਦਾ ਜਿਹੜਾ ਥੋੜਾ ਜਿਹਾ ਦੂਜੇ ਪਾਸੇ ਵਾਲਾ ਭਾਗ ਸੀਗਾ ਉਹ ਸਾਰਾ ਖਤਮ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਜਾਰੀ ਕਰਨੀਆਂ ਸ਼ੁਰੂ ਕਰਤੀਆਂ। ਕੁਝ ਲੈ ਗਏ, ਕੁਝ ਅੱਗੇ ਦੀ ਅੱਗੇ, ਫਿਰ ਕੁਝ ਸਾਲ ਚੱਲਦਾ ਰਿਹਾ। ਤਾਂ ਇਹਨਾਂ ਦੇ ਦਰਮਿਆਨ ਹੁਣ ਸਿੱਖ ਗੁਰੂਆਂ ਬਾਰੇ ਥੋੜਾ ਜਿਹਾ ਤਾਂ ਮੈਂ ਦੱਸ ਹੀ ਚੁੱਕਿਆ, ਬਾਹਲਾ ਨਹੀਂ ਦੱਸਦਾ। ਪਰ ਇਸ ਸਮੇਂ ਦੇ ਦਰਮਿਆਨ ਜਿਹੜਾ ਸੀ ਜਹਾਂਗੀਰ, ਉਸਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਫਿਰ ਜਦੋਂ ਇਹ ਗੁਰੂ ਅਰਜਨ ਦੇਵ ਜੀ ਸ਼ਹੀਦੀਆਂ ਪਾ ਗਏ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਤੇ ਅਕਾਲ ਤਖਤ ਦਾ ਜਿਹੜਾ ਸੀ ਕਨਸੈਪਟ ਉਹ ਸਾਡੇ ਸਾਹਮਣੇ ਰੱਖਿਆ। ਤੇ ਅਕਾਲ ਤਖਤ ਤੋਂ ਰਹਿਨੁਮਾਈ ਲੈਣ ਲਈ ਸਾਰੇ ਸਿੱਖ ਜਿਹੜੇ ਸੀ, ਜਿੰਨੇ ਵੀ ਉਸ ਟਾਈਮ ਜਿੰਨੇ ਵੀ ਸਿੱਖ ਸੀਗੇ, ਉਹਨਾਂ ਨੂੰ ਲਾਮਬੰਦ ਕੀਤਾ ਕਿ ਤੁਸੀਂ ਅਕਾਲ ਤਖਤ ਦੇ ਹੁਕਮਾਂ ਮੁਤਾਬਕ ਚੱਲਣਾ ਹੈਗਾ। ਤੇ ਇਸ ਕਰਕੇ ਫਿਰ ਜਿਹੜਾ ਸੀ ਨਾ ਜਹਾਂਗੀਰ ਜਦੋਂ ਅਕਾਲ ਤਖਤ ਤੇ ਜਦੋਂ ਬਣ ਗਿਆ ਤਾਂ ਉਹਨੂੰ ਇਹ ਡਰ ਹੋ ਗਿਆ ਕਿ ਮੇਰੇ ਬਰਾਬਰ ਤੇ ਇੱਕ ਰਾਜ ਪੈਦਾ ਹੋ ਰਿਹਾ ਹੈ, ਇੱਕ ਪ੍ਰਭੂ ਸੱਤਾ ਪੈਦਾ ਹੋ ਰਹੀ ਹੈ। ਤਾਂ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇਲ੍ਹ ਦੇ ਵਿੱਚ ਡੱਕਤਾ। ਤਾਂ ਕੁਛ ਦੇਰ ਤੱਕ, ਕੁਛ ਸਾਲ ਤੱਕ ਗੁਰੂ ਸਾਹਿਬ ਉੱਥੇ ਰਹੇ। ਤਾਂ ਜਦੋਂ ਗੁਰੂ ਸਾਹਿਬ ਫਿਰ ਤੁਹਾਨੂੰ ਪਤਾ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੂੰ ਫਿਰ ਬਾਹਰ ਆਜ਼ਾਦ ਕੀਤਾ ਗਿਆ। ਤਾਂ ਫਿਰ ਇਸ ਦੇ ਦਰਮਿਆਨ ਹੀ ਗੁਰੂ ਤੇਗ ਬਹਾਦਰ ਜੀ ਜਿਹੜੇ ਸੀ 9ਵੇਂ ਗੁਰੂ ਸਾਡੇ, ਉਹਨਾਂ ਦੇ ਕੋਲੇ ਕਸ਼ਮੀਰੀ ਪੰਡਤਾਂ ਨੇ ਆ ਕੇ ਕਿਹਾ ਕਿ ਵੀ ਬਹੁਤ ਬੁਰਾ ਹਾਲ ਹੋ ਰਿਹਾ ਹਿੰਦੂ ਜਿਹੜਾ ਹੈਗਾ ਸਮਾਜ ਦਾ, ਕਿ ਸਾਡੇ ਧਰਮ ਨੂੰ ਖਤਰਾ ਹੈਗਾ। ਤਾਂ ਗੁਰੂ ਤੇਗ ਬਹਾਦਰ ਜੀ ਹਿੰਦੂ ਜਿਹੜੇ ਸੀਗੇ ਧਰਮ ਦੇ ਸਰਪ੍ਰਸਤ ਹੋ ਕੇ ਉਹ ਦਿੱਲੀ ਦਰਬਾਰ ਦੇ ਵਿੱਚ ਉਹਨਾਂ ਪੰਡਤਾਂ ਦੇ ਨਾਲ ਗਏ ਤੇ ਉਹਨੂੰ ਰਾਜੇ ਨੂੰ ਕਿਹਾ ਕਿ ਭਾਈ ਇਹ ਤੂੰ ਅਤਿਆਚਾਰ ਨਾ ਕਰ, ਕਿਸੇ ਦਾ ਵੀ ਧਰਮ ਜ਼ਬਰਦਸਤੀ
ਇਹ ਬਦਲਣਾ ਇਹ ਕਿਤੇ ਮਾੜੀ ਗੱਲ ਹੈ, ਇਸ ਨੂੰ ਤਾਂ ਨਾ ਕਰਿਆ। ਪਰ ਗੱਲ ਮੁਕਾਓ, ਵਿਵਾਦ ਇੱਥੋਂ ਤੱਕ ਵੱਧ ਗਿਆ ਕਿ ਗੁਰੂ ਸਾਹਿਬ ਨੂੰ ਸ਼ਹੀਦੀ ਦੇਣੀ ਪੈ ਗਈ। ਤਾਂ ਗੁਰੂ ਸਾਹਿਬ ਨੂੰ ਉੱਥੇ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ ਦਿੱਲੀ, ਜਿੱਥੇ ਕਿ ਅੱਜ ਕੱਲ੍ਹ ਸੀਸਗੰਜ ਗੁਰਦੁਆਰਾ ਹੈ, ਜਿੱਥੇ ਸਾਰੇ ਹੀ ਹਿੰਦੁਸਤਾਨੀ ਹਰ ਇੱਕ ਧਰਮ ਦੇ ਲੋਕ ਉੱਥੇ ਨਤਮਸਤਕ ਹੁੰਦੇ ਆ ਤੇ ਲੰਗਰ ਪਾਣੀ ਛਕਦੇ ਆ, ਤੇ ਬਹੁਤ ਵੱਡਾ ਮਤਲਬ ਕਿ ਉੱਥੇ ਮਾਨਤਾ ਮੰਨੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ 1675 ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਆ ਗਏ 1675 ਦੇ ਵਿੱਚ, ਉਹਨਾਂ ਦਾ ਬੋਲਬਾਲਾ ਸੀਗਾ। ਤਾਂ ਤੇ ਇਹਨਾਂ ਦੇ ਦਰਮਿਆਨ ਹੀ ਜਦੋਂ 1675 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ, ਕਹਿ ਲਓ, ਮੈਨੂੰ ਪੱਕਾ ਤਾਂ ਨਹੀਂ ਯਾਦ, ਪਰ ਉਹ ਸਮਾਂ ਉਹਨਾਂ ਦਾ ਹੈ 1675, ਕਿਉਂਕਿ 1699 ਨੂੰ ਫਿਰ ਗੁਰੂ ਸਾਹਿਬ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1699 ਨੂੰ ਗੁਰੂ ਸਾਹਿਬ ਨੇ ਫਿਰ 5 ਪਿਆਰਿਆਂ ਦੀ ਸਾਜਨਾ ਕੀਤੀ, ਜਿਨ੍ਹਾਂ ਨੂੰ ਕਿ ਸਿੰਘ ਦਾ ਨਾਂ ਦਿੱਤਾ ਗਿਆ। ਤਾਂ ਜਿਹੜਾ ਅੱਜ ਦਾ ਜਿਹੜਾ ਪੰਜਾਬੀ ਜਿਹੜਾ ਹੈਗਾ ਸਮਾਜ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ, ਜਿਨ੍ਹਾਂ ਨੇ ਸਿੰਘ ਨਾਂ ਦਿੱਤਾ ਹੈਗਾ। ਜਿਹੜਾ ਖਾਸ ਕਰ ਜਿਹੜੇ ਸਿੱਖ ਨੇ ਉਹਨਾਂ ਨੂੰ ਸਿੰਘਾਂ ਦਾ ਨਾਮ ਦਿੱਤਾ, ਜਦੋਂ ਕਿ 5 ਪਿਆਰੇ ਜਿਹੜੇ 5 ਅਲੱਗ-ਅਲੱਗ ਜਾਤਾਂ ਦੇ ਵਿੱਚੋਂ ਇਕੱਠੇ ਕੀਤੇ ਹੋਏ ਲੋਕ ਸੀਗੇ, ਹਿੰਦੂ ਸੀ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ, ਸਿੱਖ ਬਣਾਇਆ, ਤਾਂ ਕਿ ਅੱਗੇ ਸਾਰੇ, ਔਰ ਉਹ ਇੱਕ ਤਰ੍ਹਾਂ ਦੀ ਬੈਪਟਾਈਜ਼ਡ ਸਿੱਖ ਉਹਨਾਂ ਨੂੰ ਕਿਹਾ ਜਾ ਸਕਦਾ, ਕਿ ਉਹਨਾਂ ਤੋਂ ਅੱਗੇ ਇੱਕ ਸਿੱਖਾਂ ਦੀ ਆਰਮੀ ਬਣੀ, ਕਹਿ ਲਓ ਕਿ ਜਿਹੜਾ ਆਰਮੀ ਦਾ ਇੱਕ ਰੂਪ ਦਿੱਤਾ ਗਿਆ, ਜਿਨ੍ਹਾਂ ਨੂੰ ਕਿ 5 ਪਿਆਰੇ ਨੂੰ ਇੱਕ ਆਰਮੀ ਦਾ ਰੂਪ ਦਿੱਤਾ ਗਿਆ। ਦੂਜਾ ਕਿ 5 ਪਿਆਰਿਆਂ ਨੂੰ ਬਹੁਤ ਜ਼ਿਆਦਾ ਉੱਚਾ ਰੁਤਬਾ ਦਿੱਤਾ ਗਿਆ ਕਿ ਇਸ ਵੀ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਹੈ, ਜਾਂ ਜਿੰਨੇ ਵੀ ਵੱਡੇ ਸਿੱਖ ਰਾਜੇ ਨੇ, ਜਾਂ ਜਿੱਥੇ ਵੀ ਜੋ ਕੋਈ ਕੰਮ ਕਰਨਾ, ਤਾਂ 5 ਪਿਆਰਿਆਂ ਦੀ ਰਹਿਤ ਮਰਿਆਦਾ 'ਚ ਜੋ ਉਹ ਫੈਸਲਾ ਕਰਨਗੇ, ਸਿੱਖ ਰਹਿਤ ਮਰਿਆਦਾ 'ਚ ਉਹ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਊਗਾ। ਖੈਰ, ਇਹ ਚੀਜ਼ਾਂ ਸਿੱਖ ਧਰਮ ਨਾਲ ਤਾਲੁਕ ਰੱਖਦੀਆਂ। ਆਪਾਂ ਪੰਜਾਬ ਦੇ ਏਰੀਏ ਦੇ ਵਿੱਚ ਫਿਰ ਵਾਪਸ ਆਈਏ। ਇਹਦੇ ਦਰਮਿਆਨ ਹੀ ਇੱਕ ਬਹੁਤ ਵੱਡਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ, ਜਿਹੜਾ ਕਿ ਮਾਧੋ ਦਾਸ ਸੀ, ਉਹ ਗੁਰੂ ਸਾਹਿਬ ਦੀ ਸ਼ਰਨ 'ਚ ਪਿਆ, ਤੇ ਗੁਰੂ ਸਾਹਿਬ ਨੇ ਉਹਨੂੰ ਥਾਪੜਾ ਦੇ ਕੇ ਜਿਹੜਾ ਸਰਹੰਦ ਭੇਜਿਆ। ਤਾਂ ਇਹਦੇ ਦਰਮਿਆਨ ਦੇ ਵਿੱਚ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਜਿਹੜਾ ਸਰਹੰਦ ਦਾ ਹੁੰਦਾ ਸੀਗਾ, ਉਸਨੇ ਗੁਰੂ ਸਾਹਿਬ ਦੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਸੀਗਾ। ਤਾਂ ਉਸ ਦਾ ਬਦਲਾ ਵੀ ਫਿਰ ਮਾਧੋ ਦਾਸ ਨੇ ਲਿਆ। ਤੇ ਜਿਹੜਾ ਬੰਦਾ ਬਹਾਦਰ ਮਾਧੋ ਦਾਸ ਸੀ, ਉਸ ਨੇ ਹੋਰ ਤਰ੍ਹਾਂ ਦੀਆਂ ਵੀ ਪਰਿਵਰਤਨ ਪੰਜਾਬ ਦੇ ਵਿੱਚ ਲਿਆਂਦਾ, ਜਿਹਦੇ ਵਿੱਚ ਭੂਮੀ ਦਾ ਮਤਲਬ ਕਿ ਜਿਹੜਾ ਐਗਰੀਕਲਚਰ ਲੈਂਡ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਦਾ ਜਿਹੜਾ ਹਿੱਸਾ ਬਣਦੇ ਕਿਸਾਨਾਂ ਨੂੰ ਦਵਾਇਆ ਸੀ। ਤਾਂ ਇਸ ਦੇ ਦਰਮਿਆਨ 1747 ਦੇ ਵਿੱਚ, ਹੁਣ ਅਸੀਂ ਉਸ ਤੋਂ ਅੱਗੇ ਪਹੁੰਚ ਗਏ, ਜਿਹੜਾ ਦੁਰਾਨੀ ਸੀ ਅਫਗਾਨਿਸਤਾਨ ਦਾ, ਉਹਦੀ ਮਰਾਠਿਆਂ ਦੇ ਨਾਲ ਲੜਾਈ ਹੋਈ, ਕਿਉਂਕਿ ਉਹ ਫੇਰ ਹਟਦੇ ਨਹੀਂ ਸੀਗੇ, ਫੇਰ ਮਤਲਬ ਕਿ ਆਉਂਦੇ ਸੀਗੇ ਲੁੱਟਣ ਹਿੰਦੁਸਤਾਨ ਨੂੰ। ਤਾਂ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਸੀਗਾ, ਇਹਦਾ ਜਿਹੜਾ ਦਸਤਾ ਸੀਗਾ, ਉਹਨਾਂ ਨੇ ਬਹੁਤ ਵੱਡੇ ਆਪਣੇ ਲੈ ਕੇ ਅਫਗਾਨੀ, ਤਾਂ ਉਹਦੇ ਵਿੱਚ ਰੇਡ ਕੀਤੀ, ਕਹਿ ਲਓ ਕਿ ਉੱਤੇ ਉਹਨਾਂ ਨੇ ਹੱਲਾ ਬੋਲਿਆ ਪੰਜਾਬ ਦੇ ਉੱਤੇ, ਤੇ ਉਹਨਾਂ ਨੇ ਪੰਜਾਬ ਦੇ ਕੁਛ ਭਾਗ ਦੇ ਵਿੱਚ ਕਬਜ਼ਾ ਵੀ ਕਰ ਲਿਆ। ਤਾਂ ਹੁਣ ਹਿੰਦੁਸਤਾਨ ਦੇ ਵਿੱਚ ਮਰਾਠਿਆਂ ਦਾ ਰਾਜ ਸੀ, ਉਹਨਾਂ ਦੇ ਵਿੱਚ ਜਦੋਂ ਪੰਜਾਬ ਲੰਘ ਕੇ ਉਹਨਾਂ ਦੇ ਨਾਲ ਲੜਨ ਲੱਗੇ, ਤਾਂ ਉਹਨਾਂ ਨਾਲ ਉਹਨਾਂ ਦੀ ਖੂਬ ਲੜਾਈ ਹੋਈ, ਲੜਾਈ ਕਾਫੀ ਹੋਈ, ਕਾਫੀ ਹੱਦ ਤੱਕ ਦੋਨੇ ਪਾਸੇ ਖੂਨ ਵਗ ਗਿਆ। ਤਾਂ ਜਿਹੜੇ ਇੱਧਰ ਪੰਜਾਬ 'ਚ ਸਿੱਖ ਜਿਹੜੇ ਸੀਗੇ, ਉਹ ਹੋਂਦ 'ਚ ਆ ਚੁੱਕੇ ਸੀਗੇ, ਤਾਂ ਇੱਕ ਬਹੁਤ ਜ਼ਬਰਦਸਤ ਕੌਮ ਪੈਦਾ ਹੋ ਚੁੱਕੀ ਸੀਗੀ। ਤਾਂ ਜਦੋਂ ਇਹ ਪੰਜਾਬ ਖਰਰਾ ਦਰਿਆ ਤੇ ਖਰਰਾ ਖੈਬਰ ਤੋਂ ਹੁੰਦੇ ਹੋਏ ਜਦੋਂ ਪੰਜਾਬ ਲੰਘ ਕੇ ਹਿੰਦੁਸਤਾਨ ਜਾਂਦੇ, ਤਾਂ ਪੰਜਾਬ ਵਿੱਚ ਉਹਨਾਂ ਨੂੰ ਸਿੱਖਾਂ ਦਾ ਸਾਹਮਣਾ ਕਰਨਾ ਪੈਂਦਾ, ਤੇ ਸਿੱਖਾਂ ਨੇ ਇਹਨਾਂ ਅਫਗਾਨੀਆਂ ਦੇ ਨਾਲ ਮਤਲਬ ਕਿ ਲੋਹੇ ਨਾਲ ਲੋਹਾ ਲੈਣ ਦੀ ਕੋਸ਼ਿਸ਼ ਕੀਤੀ। ਤਾਂ ਉਹਨਾਂ ਨੂੰ ਕਈ ਵਾਰੀ ਹਰਾਇਆ ਵੀ, ਇੱਕ ਲੜਾਈ ਦੇ ਵਿੱਚ ਨਹੀਂ ਹਰਾਇਆ, ਉਹ ਅੱਗੇ ਤੱਕ ਪਹੁੰਚ ਗਏ, ਦੂਜੀ ਦੇ ਵਿੱਚ ਉਹਨਾਂ ਦਾ ਹੋਰ ਨੁਕਸਾਨ ਹੋਇਆ, ਤੀਜੀ ਲੜਾਈ ਦੇ ਵਿੱਚ ਜਿਹੜੀ ਤੀਜੀ ਵਾਰ ਜਦੋਂ ਇਹ ਅਬਦਾਲੀ ਤੇ ਉਹਦਾ ਲੜਕਾ ਜਿਹੜਾ ਸੀਗਾ ਸ਼ਾਹ ਜਮਾਂ, ਉਹ ਜਦੋਂ ਆਇਆ, ਤਾਂ ਉਹਨਾਂ ਨੂੰ ਫਿਰ ਇਹਨਾਂ ਨੇ ਰੋਕ ਲਿਆ ਸੀ। ਤਾਂ ਫਿਰ ਇਹ ਜਦੋਂ ਰੋਕ ਲਿਆ ਤਾਂ ਅੱਗੇ ਨਹੀਂ ਜਾਣ ਦਿੱਤਾ, ਤਾਂ ਇਸ ਕਰਕੇ ਫਿਰ ਸਿੱਖਾਂ ਦੇ ਨਾਲ ਇਹਨਾਂ ਦੀ ਪੂਰੀ ਲਾਗਡਾਟ ਹੋ ਗਈ। ਤੇ 1758 ਦੇ ਵਿੱਚ ਫਿਰ ਅੱਗੇ ਵਧਦਿਆਂ 1758 ਵਿੱਚ ਮਰਾਠਿਆਂ ਨੇ ਦੁਰਾਨੀ ਤੋਂ ਫਿਰ ਵਾਪਸ ਆਪਣਾ ਜਿਹੜਾ ਅਟਕ ਤੱਕ ਦਾ ਜਿਹੜਾ ਏਰੀਆ ਸੀ ਨਾ, ਉਹ ਵਾਪਸ ਖੋਹ ਲਿਆ ਸੀਗਾ ਇਹਨਾਂ ਕੋਲ। ਤੇ
ਫਿਰ 1761 ਦੇ ਵਿੱਚ ਜਿਹੜਾ ਕੁਝ ਇਲਾਕਾ ਸੀਗਾ ਪੰਜਾਬ ਦਾ ਜਾਂ ਕਸ਼ਮੀਰ ਘਾਟੀ ਦਾ ਕੁਝ ਇਲਾਕਾ ਜਿਹੜਾ ਸੀਗਾ ਉਹ ਫਿਰ ਕਬਜ਼ੇ 'ਚ ਕਰ ਲਿਆ ਸੀ ਮਰੱਠਿਆਂ ਨੇ। ਤਾਂ ਫਿਰ ਸਮਾਂ ਲੰਘਦਾ ਗਿਆ। 1762 ਦੇ ਵਿੱਚ ਇਸ ਦੇ ਦਰਮਿਆਨ ਇੱਕ ਵੱਡਾ ਘੱਲੂਘਾਰਾ ਹੋਇਆ, ਜਿਸ ਦੇ ਵਿੱਚ ਸਿੱਖਾਂ ਦੀ ਲੜਾਈ ਹੋਈ ਇਹਨਾਂ ਅਬਦਾਲੀਏ ਦੇ ਖਾਨਦਾਨਾਂ ਦੇ ਨਾਲ, ਅਫਗਾਨੀਆਂ ਦੇ ਨਾਲ। ਤਾਂ ਉਸ ਦੇ ਵਿੱਚ ਜਿਹੜਾ ਸੀ 30,000 ਤੋਂ ਵੱਧ ਸਿੱਖ, ਇਹ ਵੀ ਇਤਿਹਾਸਕ ਹੈ, ਪੰਜਾਬ ਦੇ ਵਿੱਚ ਮਾਰੇ ਗਏ ਸੀਗੇ, ਸ਼ਹੀਦ ਹੋ ਗਏ ਸੀਗੇ। ਤਾਂ ਇਸ ਨੂੰ ਵੱਡਾ ਘੱਲੂਘਾਰਾ ਦਾ ਨਾਂ ਦਿੱਤਾ ਗਿਆ। ਉਸ ਤੋਂ ਬਾਅਦ ਛੋਟਾ ਘੱਲੂਘਾਰਾ ਵੀ ਹੋਇਆ। ਤਾਂ ਇਸ ਤਰ੍ਹਾਂ ਸਮਾਂ ਚੱਲਦਾ ਗਿਆ। ਤਾਂ ਫਿਰ ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ, ਜਿਹਨੂੰ ਕਿ ਆਪਾਂ ਕਹਿ ਲਓ ਕਿ 1799 ਤੱਕ ਦਾ ਜਿਹੜਾ ਹੈਗਾ ਸਮਾਂ ਤੋਂ ਬਾਅਦ ਦਾ ਸਮਾਂ ਜਾਣੀ ਲੈ ਲਓ, 1799 ਈਸਵੀ ਤੋਂ ਬਾਅਦ ਦਾ। ਤਾਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਸਿੱਖ ਰਾਜ ਪੈਦਾ ਕੀਤਾ। ਹੁਣ ਇਹ ਪੰਜਾਬ ਦਾ ਸਾਰਿਆਂ ਨਾਲੋਂ ਵੱਡੀ ਘਟਨਾ ਸੀ। ਦੇਖੋ, ਜ਼ਿਆਦਾ ਮੈਂ ਜ਼ਿਕਰ ਨਹੀਂ ਕਰੂੰਗਾ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਕ ਅਜੇ ਤੱਕ ਦੁਨੀਆ ਤੇ ਨਹੀਂ। ਜਿਹੜਾ ਰਾਜਾ ਹੈਗਾ ਉਹਦੇ ਸ਼ਾਸਕ ਬਾਰੇ ਜ਼ਿਆਦਾ ਦੇਖਿਆ ਜਾਂਦਾ ਕਿ ਉਹਦਾ ਕੰਮ ਕੀ ਹੈ। ਚੰਗਾ ਰਾਜਾ ਜਿਸ ਨੇ ਪ੍ਰਬੰਧ ਚੰਗਾ ਕੀਤਾ ਹੋਵੇ ਤਾਂ ਉਸ ਨੂੰ ਚੰਗੇ ਥਾਂ ਤੇ ਗਿਣਨਾ ਚਾਹੀਦਾ। ਉਸ ਦੀ ਜਿਹੜੀ ਹੈਗੀ ਜਾਤੀ ਤੌਰ ਉੱਤੇ ਉਸ ਦੀਆਂ ਜਿਹੜੀਆਂ ਕਈ ਘਟਨਾਵਾਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਬਣਦਾ। ਤਾਂ ਕੀ ਸੀਗਾ ਕਿ ਉਸਨੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਆਰਮੀ ਬਣਾਈ, ਸਿੱਖ ਰਾਜ ਕਾਇਮ ਕੀਤਾ। ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਅਜੇ ਮੇਰਾ ਖਿਆਲ ਛੋਟੇ ਸੀ, 11, 12, 13 ਸਾਲ ਦੇ ਸੀ, ਜਦੋਂ ਉਹਨਾਂ ਨੂੰ ਲਾਹੌਰ ਦੇ ਕੁਝ ਮੁਸਲਮਾਨ ਲੋਕਾਂ ਨੇ ਇਹ ਬੇਨਤੀ ਕੀਤੀ ਉਹਨਾਂ ਦੀ ਬਹਾਦਰੀ ਦੇਖ ਕੇ ਕਿ ਤੁਸੀਂ ਆਓ ਲਾਹੌਰ ਨੂੰ ਸੰਭਾਲੋ ਤੇ ਸਾਨੂੰ ਆਸੇ-ਪਾਸੇ ਦੇ ਜਿਹੜੇ ਲੋਕ ਆ ਨਾ, ਜਿਹੜੇ ਕੋਈ ਸਿੱਖ ਵੀ ਹੋ ਸਕਦੇ ਸੀ, ਹਿੰਦੂ ਵੀ ਹੋ ਸਕਦੇ ਸੀਗੇ, ਕ੍ਰਿਸਚੀਅਨ ਵੀ ਸੀਗੇ ਉਸ ਟਾਈਮ, ਤਾਂ ਉਹਨਾਂ ਤੋਂ ਸਾਨੂੰ ਬਚਾਓ ਵੀ ਸਾਨੂੰ ਕੋਈ ਵਪਾਰ ਨਹੀਂ ਸੀ ਕਰਨ ਦਿੰਦੇ ਜਾਂ ਕਿਵੇਂ ਵੀ। ਤਾਂ ਇਹ ਕਿਉਂਕਿ ਆਪਣੀ ਬਹਾਦਰੀ ਦਾ ਜਿਹੜਾ ਸੀਗਾ ਨਾ ਜਲਵਾ ਦਿਖਾ ਚੁੱਕੇ ਸੀਗੇ, ਉਹਦੇ ਬਾਰੇ ਮੈਂ ਜ਼ਿਕਰ ਨਹੀਂ ਕਰਦਾ। ਤਾਂ ਇਹਨਾਂ ਨੂੰ ਲੈ ਕੇ ਗਏ। ਤਾਂ ਉੱਥੇ ਲਾਹੌਰ ਨੂੰ ਰਾਜਧਾਨੀ ਬਣਾ ਕੇ ਇਹਨਾਂ ਨੇ 50 ਸਾਲ ਰਾਜ ਕੀਤਾ। ਪਹਿਲਾਂ ਇਹਨਾਂ ਦੀ ਰਾਜਧਾਨੀ ਇੱਕ ਹੋਰ ਹੁੰਦੀ ਸੀ ਜਿੱਥੇ ਇਹਨਾਂ ਦਾ ਜਨਮ ਹੋਇਆ ਸੀਗਾ, ਪਾਕਿਸਤਾਨ ਦੇ ਵਿੱਚ, ਸ਼ਾਇਦ ਸ਼ੇਖੂਪੁਰਾ ਸੀ। ਤਾਂ ਉਸ ਤੋਂ ਫਿਰ ਇਹ ਲਾਹੌਰ ਆ ਗਏ ਸੀ। ਤਾਂ ਦੇਖੋ, ਉਸ ਟਾਈਮ ਦੇ ਵਿੱਚ ਸਾਰਿਆਂ ਨਾਲੋਂ ਵੱਧ ਗਿਣਤੀ ਮੁਸਲਮਾਨਾਂ ਦੀ, ਉਸ ਤੋਂ ਘੱਟ ਹਿੰਦੂਆਂ ਦੀ, ਤੇ ਸਿਰਫ 17-18% ਸਿੱਖ ਹੁੰਦੇ ਸੀਗੇ। ਪਰ ਜਿਹੜਾ ਸਿੱਖ ਰੂਲਰ ਸੀਗਾ, ਰਾਜਾ ਸੀ, ਮਹਾਰਾਜਾ ਰਣਜੀਤ ਸਿੰਘ ਹੁੰਦਾ ਸੀ, ਤੇ ਉਸ ਨੇ 50 ਸਾਲ ਉੱਥੇ ਰਾਜ ਕੀਤਾ। 50 ਸਾਲ ਦੇ ਦਰਮਿਆਨ ਹਰ ਇੱਕ ਧਰਮ ਦਾ ਸਤਿਕਾਰ, ਹਰ ਇੱਕ ਧਰਮ ਦੇ ਲੋਕ ਉਸ ਦੇ ਮੰਤਰੀ ਮੰਡਲ 'ਚ, ਹਰ ਇੱਕ ਧਰਮ ਦੇ ਲੋਕ ਉਹਨਾਂ ਦੀ ਆਰਮੀ 'ਚ, ਸਿੱਖ ਆਰਮੀ 'ਚ, ਵੱਡੇ ਵੱਡੇ ਜਰਨੈਲ। ਤੇ 50 ਸਾਲ ਦੇ ਦਰਮਿਆਨ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਉਸ ਰਾਜੇ ਨੇ। ਇਹੋ ਜਿਹਾ ਰਾਜ ਸੀ ਸਿੱਖ ਰਾਜ। ਦੇਖੋ, ਫਿਰ 1799 ਦੇ ਵਿੱਚ ਇਹਨਾਂ ਦੀ ਕਾਫੀ ਲੜਾਈ ਹੁੰਦੀ ਰਹੀ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਆਰਮੀ ਸੀਗੀ, ਉਹਨਾਂ ਦੀ ਫੌਜ ਸੀ ਜਿਹੜੀ, ਤਾਂ ਮਹਾਰਾਜਾ ਰਣਜੀਤ ਸਿੰਘ ਨੇ ਥੋੜੇ ਇਲਾਕੇ ਤੋਂ ਬਹੁਤ ਸਾਰਾ ਇਲਾਕਾ ਲੜਾਈਆਂ ਕਰਕੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ, ਜਿਹੜਾ ਕਿ ਇੱਧਰਲੇ ਪਾਸੋਂ ਅਫਗਾਨਿਸਤਾਨ ਨੂੰ ਵਿੱਚ ਲੈ ਲਿਆ। ਪਾਕਿਸਤਾਨ ਸਾਰਾ ਅੱਜ ਦਾ ਵਿੱਚ ਸੀ। ਉਧਰ ਦਿੱਲੀ ਤੋਂ ਉੱਪਰਲਾ ਹਿੱਸਾ ਦਿੱਲੀ ਨਹੀਂ ਸੀ, ਲੇਕਿਨ ਇੱਧਰੋਂ ਤਿੱਬਤ ਦੇ ਨਾਲ ਦਾ ਹਿੱਸਾ ਜਿਹੜਾ ਸੀਗਾ ਉਹ ਵੀ ਸਾਰਾ, ਲੇਹ ਲਦਾਖ ਤੋਂ ਲੈ ਕੇ ਹਿਮਾਚਲ ਪ੍ਰਦੇਸ਼, ਕਸ਼ਮੀਰ, ਸਾਰਾ ਜਿਹੜਾ ਰਾਜ ਸੀ ਇਹ ਸਿੱਖ ਰਾਜ ਦੇ ਅੰਦਰ ਕਰ ਲਿਆ ਸੀ। ਤਾਂ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਬੇਟਾ ਸੀਗਾ, ਸ਼ਾਹ ਜਮਾਂ ਵੀ ਕਹਿ ਦਿੰਦੇ ਉਹਨੂੰ, ਜਮਾ ਸ਼ਾਹ ਸੀ ਵੈਸੇ ਉਹਦਾ ਪੂਰਾ ਨਾਂ। ਤਾਂ ਉਹਦੇ ਨਾਲ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ, ਜਿਹੜੀਆਂ ਕਿ ਪਰ ਅਖੀਰ ਦੇ ਵਿੱਚ ਉਸਨੇ ਇੱਕ ਤਰ੍ਹਾਂ ਦੀ ਸੰਧੀ ਕਰਕੇ ਇਹਨਾਂ ਦੀ ਸ਼ਰਨ 'ਚ ਵੀ ਆ ਗਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ। ਚਲੋ, ਮੈਂ ਬਾਹਲਾ ਨਾ ਜਾਂਦਾ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀਗਾ ਸਤਲੁਜ ਦਰਿਆ ਤੱਕ ਸੀ ਔਰ ਰਿਹਾ, ਜਦੋਂ ਤੱਕ ਜਦੋਂ ਜਿਹੜੇ ਬ੍ਰਿਟਿਸ਼ ਸੀ ਨਾ, ਉਹਨਾਂ ਨੇ ਇੱਕ ਸੰਧੀ ਕਰ ਲਈ ਸੀ ਕਿ ਇੱਥੋਂ ਤੱਕ ਤੂਰ ਹੈ, ਜਦ ਕਿ ਉਹ ਈਸਟ ਇੰਡੀਆ ਕੰਪਨੀ ਦੇ ਰਾਹੀਂ ਹਿੰਦੁਸਤਾਨ ਦੇ ਵਿੱਚ ਘੁਸਪੈਠ ਕਰ ਚੁੱਕੇ ਸੀ। ਪਰ ਮਹਾਰਾਜਾ ਰਣਜੀਤ ਸਿੰਘ ਦੇ ਰਹਿੰਦੇ ਤੱਕ ਉਹਨਾਂ ਨੇ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਨਾ ਹੀ ਉਹਨਾਂ ਨੇ ਕੋਈ ਜ਼ਰੂਰਤ ਕੀਤੀ ਕਿ, ਕਿਉਂਕਿ ਉੱਥੇ ਤਾਂ ਉਹਨਾਂ ਦਾ ਪਤਾ ਸੀਗਾ ਕਿ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਾਜਾ।
ਤਾਂ ਜਦੋਂ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਫਿਰ ਜਿਹੜਾ ਇਹ ਬ੍ਰਿਟਿਸ਼ ਹੈ ਜਿਹੜੇ, ਇਹ ਥੋੜ੍ਹਾ ਜਿਹਾ ਹੋਰ ਆ ਜਾਂਦੇ ਆ ਵੀ ਹੁਣ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਸਿੱਖਾਂ ਨੂੰ ਢਾਹ ਲਾਈਏ ਤੇ ਸਿੱਖ ਰਾਜ ਦੇ ਵਿੱਚੋਂ ਲਈਏ। ਤਾਂ ਉਸ ਵਕਤ ਜਿਹੜਾ ਮੌਜੂਦਾ ਸ਼ਾਸਕ ਇੰਨਾ ਤਕੜਾ ਕੋਈ ਨਹੀਂ ਸੀਗਾ, ਤਾਂ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ 1839 ਤੋਂ ਜਾਣ ਤੋਂ ਬਾਅਦ 1849 ਤੱਕ ਉਹਨਾਂ ਨੇ ਪੰਜਾਬ ਦੇ ਸਾਰੇ ਖਿੱਤੇ ਨੂੰ ਵੀ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ। ਇਹ ਪੰਜਾਬ ਦਾ ਧੁਰ ਪੰਜਾਬ ਦਾ ਜਿਹੜਾ ਕੇਂਦਰ ਹੈ ਉਹਨੂੰ ਕਹਿ ਸਕਦੇ ਹਾਂ ਅਸੀਂ। ਤੇ 1849 ਦੇ ਵਿੱਚ ਸਾਡੇ ਸਿੱਖ ਰਾਜ ਦੇ ਸਾਰਿਆਂ ਨਾਲੋਂ ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਉਹਨਾਂ ਨੇ ਆਪਣੇ ਨਾਲ ਇੰਗਲੈਂਡ ਲੈ ਗਏ ਸੀ ਤੇ ਸਿੱਖ ਰਾਜ ਦਾ ਇੱਕ ਤਰੀਕੇ ਨਾਲ ਖਾਤਮਾ ਕਰ ਦਿੱਤਾ ਸੀ। ਤਾਂ ਹੁਣ ਇਹ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ। ਤਾਂ ਹੁਣ ਇਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ, ਜਿਹੜਾ ਕਿ 1849 ਤੋਂ ਲੈ ਕੇ 1858 ਤੱਕ, ਮਤਲਬ ਕਿ ਉਹਨਾਂ ਨੇ ਸਾਰੇ ਪੰਜਾਬ ਦਾ ਥੋੜ੍ਹਾ ਥੋੜ੍ਹਾ ਹਿੱਸਾ ਕਰਦੇ ਕਰਦੇ ਸਾਰਾ ਰਾਜ ਆਪਣੇ 'ਚ ਮਿਲਾ ਲਿਆ। ਤੇ 1858 ਤੋਂ ਲੈ ਕੇ ਅੰਗਰੇਜ਼ਾਂ ਦਾ ਰਾਜ ਚੱਲ ਪਿਆ। ਹੁਣ ਅੰਗਰੇਜ਼ ਜਿਹੜੀ ਸੋਚ ਨਾਲ ਪੰਜਾਬ 'ਚ ਆਏ ਸੀਗੇ, ਉਹਨਾਂ ਨੇ ਬੜੀ ਤਰੀਕੇ ਦੇ ਨਾਲ ਪੰਜਾਬੀਆਂ ਨੂੰ, ਕਹਿ ਲਓ ਹਰ ਇੱਕ ਧਰਮ ਦੇ ਲੋਕ ਪੰਜਾਬ 'ਚ ਉਦੋਂ ਵਸਦੇ ਸੀਗੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਖੋਇਆ ਸੀ, ਪੁਰ ਅਮਨ ਸੀਗਾ ਕੁਝ ਕਿਸੇ ਕਿਸਮ ਦੀ, ਪਰ ਇਹਨਾਂ ਨੇ ਤਰੀਕੇ ਨਾਲ ਉੱਥੋਂ ਦਾ ਮਤਲਬ ਬਦਲ ਕੀਤਾ, ਜਿਹੜਾ ਕਿ ਆਰਥਿਕ ਤੌਰ 'ਤੇ ਵੀ ਤੇ ਰਾਜਨੀਤਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਹਰ ਇੱਕ ਤਰੀਕੇ ਨਾਲ ਅੰਦਰ ਘੁਸਪੈਠ ਕਰਕੇ ਮਿੱਠੇ ਹੋ ਕੇ ਲੁੱਟਿਆ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਪਰ ਇਸ ਦੇ ਨਾਲ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਉਹਨਾਂ ਨੇ ਇਸ ਖਿੱਤੇ ਦੀ ਉੱਨਤੀ ਬਹੁਤ ਕੀਤੀ, ਤਰੱਕੀ ਬਹੁਤ ਹੋਈ ਉਸ ਸਮੇਂ ਦੇ ਦਰਮਿਆਨ, ਜਿਨ੍ਹਾਂ ਦੇ ਵਿੱਚ ਕਿ ਜਿਹਨੂੰ ਆਪਾਂ ਹੁਣ ਕਹਿ ਲਓ ਕਿ ਮਸ਼ੀਨੀ ਯੁੱਗ ਉਸ ਵਕਤ ਆ ਗਿਆ। ਜਿਹੜਾ ਸੀਗਾ ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਹਾਂ, ਖਣਿਜ ਪਦਾਰਥ, ਉਹ ਵੀ ਇੱਥੋਂ ਲਏ ਉਹਨਾਂ ਨੇ। ਤਾਂ ਉਸ ਦੀਆਂ ਚੀਜ਼ਾਂ ਬਣਾ ਕੇ ਉਹ ਹੋਰ ਜਗ੍ਹਾ ਦੇ ਉੱਤੇ ਪੰਜਾਬ ਦੇ ਰਾਹੀਂ ਭੇਜਦੇ ਰਹੇ। ਰੇਲ ਪਟੜੀਆਂ ਉਹਨਾਂ ਦੇ ਰਾਜ ਦੇ ਦਰਮਿਆਨ, ਰੇਲ ਦਾ ਜਿਹਨੂੰ ਕਹਿ ਲਓ ਕਿ ਅੰਗਰੇਜ਼ੀ 'ਚ ਕਹਿ ਲਓ ਟਰਾਂਸਪੋਰਟ ਦਾ ਮਤਲਬ ਕਿ ਤਰੱਕੀ ਹੋਈ। ਇਹਨਾਂ ਦੇ ਰਾਜ ਦੇ ਵਿੱਚ ਨਹਿਰੀ ਮਹਿਕਮੇ ਬਣਾਏ ਗਏ, ਨਹਿਰੀ ਕਲੋਨੀਆਂ ਬਣਾਈਆਂ ਗਈਆਂ, ਨਹਿਰੀ ਸਿਸਟਮ ਆਜ਼ਾਦ ਕੀਤਾ ਗਿਆ। ਉਸ ਆਜ਼ਾਦ ਸਿਸਟਮ ਦੇ ਨਾਲ 1,40,00,000 ਏਕੜ ਜਿਹੜੀ ਭੂਮੀ ਸੀ, ਐਗਰੀਕਲਚਰ ਲੈਂਡ ਸੀ, ਉਸ ਨੂੰ ਖੇਤੀਬਾੜੀ ਦੇ ਅੰਦਰ ਲਿਆਂਦਾ। ਤਾਂ ਬੜੀਆਂ ਤਕੜੀਆਂ ਫਸਲਾਂ ਹੋਣ ਲੱਗੀਆਂ। ਤਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਸਾਰੀਆਂ ਉਹ ਅੰਗਰੇਜ਼ਾਂ ਦੇ ਰਾਜ ਦਰਮਿਆਨ ਹੋਈਆਂ, ਤੇ ਜਿਹੜੀਆਂ ਕਿ ਅੱਜ ਵੀ ਵਰਤੀਆਂ ਜਾ ਰਹੀਆਂ ਉੱਥੇ। ਅੱਜ 21ਵੀਂ ਸਦੀ ਚੱਲ ਰਹੀ ਹੈ, ਅੱਜ ਹੁਣ ਵੀ ਵਰਤੀਆਂ ਜਾ ਰਹੀਆਂ। ਤਾਂ ਇਸ ਤੋਂ ਬਾਅਦ ਫਿਰ ਅੰਗਰੇਜ਼ਾਂ ਦੇ ਵੇਲੇ ਇੱਕ ਆਜ਼ਾਦੀ ਦੀ ਮੂਵਮੈਂਟ ਵੀ ਚੱਲ ਪਈ ਵੀ ਭਾਈ ਹਿੰਦੁਸਤਾਨ ਸਾਡਾ, ਤੁਸੀਂ ਨਿਕਲੋ ਬਾਹਰ, ਠੀਕ ਹੈ। ਤਾਂ ਉਹ ਜਿਹੜੀ ਮੂਵਮੈਂਟ ਜਿਹੜੀ ਸੀਗੀ ਜਿਹੜਾ ਆਪਣਾ ਆਜ਼ਾਦੀ ਸੰਗਰਾਮ ਜਿਹੜਾ ਸੀਗਾ, ਉਹ ਪੰਜਾਬ ਦੇ ਵਿੱਚ ਵੀ ਭਖਿਆ। ਮੈਨੂੰ ਪਤਾ ਹੈ, ਤੁਹਾਨੂੰ ਵੀ ਪਤਾ ਕਿ ਪੰਜਾਬੀਆਂ ਦਾ ਖੂਨ ਬਹੁਤ ਗਰਮ ਹੈ। ਤਾਂ ਉਹ ਐਸੇ ਤਰੀਕੇ ਨਾਲ ਭਖਿਆ, ਜਿਹੜੇ ਜ਼ਿਆਦਾ ਪੰਜਾਬੀ ਸੀ ਉਹ ਇਸ ਗੱਲ 'ਚ ਵਿਸ਼ਵਾਸ ਰੱਖਦੇ ਸੀ ਕਿ ਹਥਿਆਰ ਚੱਕੀ ਤੋਂ ਬਗੈਰ ਆਜ਼ਾਦੀ ਨਹੀਂ ਮਿਲਣੀ। ਜਿਹੜੇ ਹਿੰਦੁਸਤਾਨ ਦੇ ਲੋਕ ਸੀਗੇ, ਗਾਂਧੀਵਾਦੀ ਜਿਹੜੇ ਲੋਕ ਸੀਗੇ, ਉਹ ਨਾਮਿਲਵਰਤਨ ਲਹਿਰ ਦੇ ਵਿੱਚ ਸੀਗੇ, ਪਰ ਹਥਿਆਰ ਨਾ ਚਲੋ ਉਹਨਾਂ ਦਾ ਯੋਗਦਾਨ ਉਹਨਾਂ ਦੇ ਪਾਸੇ। ਇੱਧਰ ਫਿਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਇਹਨਾਂ ਨੇ ਵੀ ਦੇਖੋ ਇੱਕ ਮੂਵਮੈਂਟ ਦੇ ਦਰਮਿਆਨ ਜਦੋਂ ਇੱਕ ਜਲੂਸ ਨਿਕਲ ਰਿਹਾ ਸੀ ਅੰਗਰੇਜ਼ਾਂ ਦੇ ਵਿਰੁੱਧ, ਲਾਲਾ ਲਾਜਪਤ ਰਾਏ ਜੀ ਉਦੋਂ ਲੀਡਰ ਸੀਗੇ ਪੰਜਾਬੀਆਂ ਦੇ, ਤਾਂ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਗਿਆ ਅੰਗਰੇਜ਼ਾਂ ਵੱਲੋਂ। ਉਹ ਜਿਹੜੀ ਸੀਗਾ ਉਸ ਨੂੰ ਖਦੇੜਨ ਦੇ ਲਈ ਜਲੂਸ ਨੂੰ, ਤਾਂ ਉਸ ਦੇ ਦਰਮਿਆਨ ਆਪਣਾ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਜਾਂਦੀ ਆ। ਉਸ ਤੋਂ ਬਾਅਦ ਉਸ ਦਾ ਬਦਲਾ ਲੈਣ ਲਈ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਇਹ ਉੱਠਦੇ ਨੇ, ਤਾਂ ਅਸੈਂਬਲੀ 'ਚ ਬੰਬ ਸਿੱਟਦੇ ਨੇ। ਫਿਰ ਉਹਨਾਂ ਨੂੰ, ਜਾਨੀ ਮੈਂ ਬਹੁਤ ਸੰਖੇਪ 'ਚ ਕਰਦਾ ਹੋਇਆ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਔਰ ਉਹ ਫਾਂਸੀ ਦੀ ਸਜ਼ਾ ਹੱਸ ਕੇ ਰੱਸਿਆਂ ਨੂੰ ਚੁੱਭ ਕੇ ਲੈਂਦੇ ਆ। ਕਿਸੇ ਨੇ ਵੀ ਉਹਨਾਂ ਦੀ ਅਪੀਲ ਨਹੀਂ ਕੀਤੀ, ਜਦ ਕਿ ਪੰਜਾਬੀ ਸੰਸਥਾ ਦੇ ਕੁਛ ਇੱਕ ਦੋ ਬੰਦੇ ਉਹਨਾਂ ਨੇ ਕਿਹਾ ਵੀ, ਪਰ ਉਹਨਾਂ ਨੇ ਨਹੀਂ ਮੰਨੇ। ਪਰ ਜਿਸ ਨੂੰ ਅਪੀਲ ਕਰਨੀ ਚਾਹੀਦੀ ਸੀ, ਜਿਹੜੇ ਆਪਣੇ ਆਪ ਨੂੰ ਹਿੰਦੁਸਤਾਨ ਦੇ ਰਹਿਨੁਮਾ ਸਮਝਦੇ ਸੀ, ਉਹਨਾਂ ਨੇ ਉਹ ਅਪੀਲ ਨਹੀਂ ਕੀਤੀ। ਤਾਂ ਅਖੀਰ ਨੂੰ ਉਹਨਾਂ ਨੂੰ 8 ਅਪ੍ਰੈਲ 1929 ਨੂੰ ਉਹਨਾਂ ਨੇ ਬੰਬ ਸਿੱਟਿਆ ਸੀ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਤੇ ਫਾਂਸੀ ਦੇ ਦਿੱਤੀ ਜਾਂਦੀ ਹੈ।
ਹੁਣ ਇਸ ਦੇ ਦਰਮਿਆਨ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਜਿਹੜੀਆਂ, ਇੱਕ ਯੂਨਾਈਟਿਡ ਵੀ ਸੀਗੀ, ਯੂਨਾਈਟਿਡ ਇੰਡੀਅਨਸ ਪਾਰਟੀ, ਉਹਦਾ ਥੋੜਾ ਜਿਹਾ ਅੰਗਰੇਜ਼ਾਂ ਦੇ ਨਾਲ ਬਹਿਣੀ ਉੱਠਣੀ ਹੋ ਗਈ ਤਾਂ ਉਹਨਾਂ ਨੂੰ ਬਾਹਰ ਕੱਢਤਾ। ਤਾਂ ਦੋ ਵੱਡੀਆਂ ਪਾਰਟੀਆਂ, ਇੱਕ ਮੁਸਲਿਮ ਲੀਗ ਤੇ ਇੱਕ ਇੰਡੀਅਨ ਨੈਸ਼ਨਲ ਕਾਂਗਰਸ, ਇਹ ਦੋ ਪਾਰਟੀਆਂ ਵੱਡੀਆਂ ਉੱਭਰ ਕੇ ਆਈਆਂ। ਕਮਿਊਨਿਸਟ ਪਾਰਟੀ ਵੀ ਸੀ ਉਦੋਂ, ਲੇਕਿਨ ਇਹ ਦੋਨਾਂ ਪਾਰਟੀਆਂ ਨੂੰ ਜ਼ਿਆਦਾਤਰ ਅੰਗਰੇਜ਼ਾਂ ਨੇ ਮਾਨਤਾ ਦਿੱਤੀ। ਤਾਂ 1947 ਦੇ ਵਿੱਚ ਇਹਨਾਂ ਪਾਰਟੀਆਂ ਨੂੰ ਬਿਠਾ ਕੇ ਦੇਸ਼ ਦੀ ਵੰਡ ਕਰ ਦਿੱਤੀ ਗਈ, ਦੇਸ਼ ਨੂੰ ਵੰਡਤਾ। ਜਦੋਂ ਦੇਸ਼ ਨੂੰ ਵੰਡਤਾ ਤਾਂ ਇੱਕ ਪਾਕਿਸਤਾਨ ਬਣ ਗਿਆ, ਇੱਕ ਹਿੰਦੁਸਤਾਨ ਬਣ ਗਿਆ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਵੰਡ ਦੀ ਜਿਹੜੀ ਲਕੀਰ ਸੀਗੀ ਉਹ ਪੰਜਾਬ ਦੀ ਹਿੱਕ ਦੇ ਵਿੱਚ ਦੀ ਕੱਢੀ ਗਈ। ਤਾਂ ਉਸ ਦੇ ਨਾਲ ਕੀ ਹੋਇਆ ਕਿ 1947 ਦੇ ਵਿੱਚ ਪੰਜਾਬੀਆਂ ਦਾ 1 ਲੱਖ ਤੋਂ ਉੱਪਰ ਇੱਕ ਇਹੋ ਜਿਹੀ ਚੰਗਿਆੜੀ ਜਿਹੜੀ ਫੈਲੀ, ਜਿਸ ਨੇ ਇਹ ਨਹੀਂ ਦੇਖਿਆ ਕਿ ਮੇਰਾ ਕੌਣ ਹੈ ਤੇ ਬਗਾਨਾ ਕੌਣ ਹੈ। ਪੰਜਾਬੀਆਂ ਨੇ ਪੰਜਾਬੀਆਂ ਦਾ ਹੀ ਕਤਲ ਕਰ ਦਿੱਤਾ ਤੇ ਘਾਣ ਕਰ ਦਿੱਤਾ, ਚਾਹੇ ਉਹ ਪੰਜਾਬੀ ਕਿਸੇ ਵੀ ਧਰਮ ਤੇ ਕਿਸੇ ਵੀ ਫਿਰਕੇ ਨਾਲ ਤਾਲੁਕ ਰੱਖਦੇ ਸੀ। ਪਰ ਉਹ ਆਪਣੇ ਖੇਤਰ ਦੇ ਵਿੱਚ ਆਪਣਿਆਂ ਦੇ ਹੱਥੋਂ ਹੀ ਕਤਲ ਹੋਏ ਤੇ ਆਪਣਿਆਂ ਦੇ ਹੀ ਉਹਨਾਂ ਨੇ ਕਤਲ ਕੀਤੇ। ਇਹ ਜਿਹੜਾ ਵਾਪਰਿਆ, ਇਹ ਦੁਨੀਆ ਦੀ ਤਾਰੀਖ ਦੇ ਵਿੱਚ ਇਹ ਚੀਜ਼ ਵੀ ਲਿਖੀ ਜਾਂਦੀ ਹੈ ਕਿ ਦੇਸ਼ ਨੂੰ ਆਜ਼ਾਦ ਕਰਨ ਤੇ ਦੋ ਟੋਟੇ ਕਰਨ ਦੇ ਉੱਤੇ ਅੰਗਰੇਜ਼ਾਂ ਦੇ ਮੂੰਹ ਤੇ ਇਹ ਧੱਬਾ ਹੈ, ਕਿਉਂਕਿ ਐਡਾ ਸੋਹਣਾ ਪ੍ਰਬੰਧ ਦੇ ਕੇ ਵੀ ਉਹਨਾਂ ਆਪਦੇ ਮੂੰਹ ਤੇ ਕਾਲਖ ਮਾਰ ਲਈ। ਤਾਂ ਫਿਰ ਜਦੋਂ ਦੇਸ਼ ਆਜ਼ਾਦ ਹੋ ਗਿਆ, ਫਿਰ ਪੰਜਾਬ ਦੀ ਇੱਕ ਸਥਿਤੀ ਆਈ। ਤਾਂ ਕੀ ਹੋਇਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਪੰਜਾਬੀਆਂ ਦੀ, ਉਹਨਾਂ ਨੇ ਫਿਰ ਚੱਕਿਆ ਮਸਲਾ ਕਿ ਸਾਨੂੰ ਭਾਸ਼ਾ ਦੇ ਆਧਾਰ ਉੱਤੇ ਵੰਡ ਦਿੱਤਾ ਜਾਵੇ ਤੇ ਸਾਨੂੰ ਪੰਜਾਬ ਸੂਬਾ ਦੇ ਦਿੱਤਾ ਜਾਵੇ। ਜਦ ਕਿ ਹਰਿਆਣਾ ਦੇ ਵਿੱਚ ਕੁਝ ਹਿੰਦੀ ਬੋਲਦੇ ਸੀ, ਹਿਮਾਚਲ ਦੇ ਵਿੱਚ ਕੁਝ ਹਿੰਦੀ ਬੋਲਦੇ ਸੀ, ਲੇਕਿਨ ਇਹ ਪੰਜਾਬ ਦੇ ਨਾਲ ਲੱਗਦੇ ਸਾਰੇ ਪੰਜਾਬੀ ਭਾਸ਼ਾ ਦੇ ਵੱਖਰੇ ਵੱਖਰੇ ਰੂਪ ਦੇ ਵਿੱਚ ਪੰਜਾਬੀ ਬੋਲਦੇ ਸੀ, ਜਿਸ ਦੇ ਵਿੱਚ ਪੁਆਧੀ ਆਉਂਦੀ ਸੀ, ਇੱਧਰਲੇ ਪਾਸੋਂ ਡੋਗਰੀ ਆਉਂਦੀ ਸੀ। ਤਾਂ ਇਹਨਾਂ ਦਾ 1966 ਦੇ ਵਿੱਚ ਭਾਸ਼ਾ ਦੇ ਆਧਾਰ ਉੱਤੇ ਸੂਬਿਆਂ ਦੇ ਵੰਡ ਦਿੱਤੇ ਗਏ। ਹਰਿਆਣਾ, ਹਿਮਾਚਲ ਤੇ ਪੰਜਾਬ ਬਣ ਗਏ। ਤਾਂ ਜਿਹੜੇ ਅੱਜ ਵੀ ਪ੍ਰਚਲਿਤ ਹੈ। ਹੁਣ ਦੇਖੋ ਤੁਸੀਂ, ਮੈਂ ਇੱਥੇ ਇੱਕ ਜ਼ਿਕਰ ਕਰਨਾ ਚਾਹੂੰਗਾ ਇੱਕ ਗੱਲ ਦਾ ਕਿ ਪੰਜਾਬ ਸੂਬਾ ਬਣ ਗਿਆ, ਉਸ ਦੇ ਵਿੱਚ 13 ਜ਼ਿਲ੍ਹੇ ਹੁੰਦੇ ਸੀ ਕਿਸੇ ਟਾਈਮ, ਫਿਰ 17 ਬਣੇ, ਫਿਰ 22 ਬਣੇ, ਹੁਣ ਇੱਕ ਹੋਰ ਬਣ ਗਿਆ, 24 ਬਣ ਗਏ, 23-24। ਤਾਂ ਇਹ ਜ਼ਿਲ੍ਹੇ ਬਣਦੇ ਗਏ, ਪੰਜਾਬ ਦੇ ਵਧਾਤੇ ਬਹੁਤ। ਤੇ ਹੁਣ ਕਦੇ-ਕਦੇ ਮੈਂ ਇੱਥੇ, ਕਿਉਂਕਿ ਮੈਂ ਅਮਰੀਕਾ 'ਚ ਰਹਿਣ ਵਾਲਾ, ਮੈਂ ਕਦੇ-ਕਦੇ ਇੱਥੇ ਜ਼ਿਕਰ ਕਰਦਾ, ਜਿਹੜੇ ਮਾਲਵੇ ਦੇ ਲੋਕ ਰਹਿਣ ਵਾਲੇ, ਉਹ ਕਹਿਣਗੇ ਬੜੇ ਮਤਲਬ ਆਪਦੇ ਚੌੜੇ ਹੋ ਕੇ ਕਹਿਣਗੇ ਅਸੀਂ ਮਾਲਵੇ ਦੇ ਰਹਿਣ ਵਾਲੇ ਹਾਂ। ਜਿਹੜੇ ਮਾਝੇ ਦੇ ਨੇ ਉਹ ਕਹਿਣਗੇ ਅਸੀਂ ਜੀ ਮਾਝੇ ਦੇ ਰਹਿਣ ਵਾਲੇ ਹੈਗੇ ਆ, ਸਾਡੀ ਬੋਲੀ ਟਕਸਾਲੀ ਆ, ਸਾਡੇ ਬਹੁਤ ਵਧੀਆ। ਦੁਆਬੇ ਦੇ ਕਹਿਣਗੇ ਹਾਂਜੀ ਸਾਰਿਆਂ ਨਾਲੋਂ ਪਹਿਲਾਂ ਅਸੀਂ ਆਏ ਹੈਗੇ, ਅਸੀਂ ਦੁਆਬੇ ਆਏ ਜਮਾਂ। ਉਹ ਭਰਾਵੋ, ਹੱਥ ਜੋੜ ਕੇ ਬੇਨਤੀ ਹੈ, ਪੰਜਾਬ ਤਾਂ ਪਹਿਲਾਂ ਹੀ ਅਲੱਗ ਹੋ ਗਿਆ, ਪੰਜਾਬ ਹਿਮਾਚਲ ਤੇ ਹਰਿਆਣਾ ਬਣ ਗਿਆ। ਕਿਤੇ ਹੁਣ ਤੁਸੀਂ ਪੰਜਾਬੀ ਸੂਬੀਆਂ ਨਾ ਬਣਾ ਲਿਓ ਵੀ ਇੱਕ ਭਾਈ ਆ ਮਾਝੀ ਸੂਬੀ, ਆ ਮਾਲਵੀ ਸੂਬੀ ਤੇ ਆਹ ਜਿਹੜੀ ਹੈ ਦੁਆਬੀ ਸੂਬੀ। ਨਹੀਂ, ਇਕੱਠੇ ਕਰੋ, ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ। ਇਹ ਜਿਹੜੀਆਂ ਛੋਟੀਆਂ ਜਿਹੜੀਆਂ ਤੁਹਾਡੀਆਂ ਭਿੰਨਤਾਵਾਂ ਨੇ ਨਾ, ਇਹਨਾਂ ਨੂੰ ਦੂਰ ਕਰੋ। ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਸਿੰਘ ਬਣਾਇਆ ਸੀ ਕਿ ਪੰਜਾਬੀਓ, ਇਹ ਤੁਸੀਂ ਸਿੰਘ ਹੋ, ਤੁਸੀਂ ਸਾਰੇ ਜਣੇ ਇਕੱਠੇ ਰਹਿਣਾ ਹੈਗਾ। ਇੱਥੇ ਕੋਈ ਕਿਸੇ ਦਾ ਲਾਸਟ ਨੇਮ ਕੋਈ ਨਹੀਂ। ਪਰ ਅਸੀਂ ਨਹੀਂ ਮੰਨੇ, ਤਾਂ ਅੱਜ ਤੱਕ ਨਹੀਂ ਮੰਨੇ, ਤਾਂ ਅਸੀਂ ਵੱਖਰੇ ਅੱਜ ਤੱਕ ਆਪਦੀ ਥਾਂ ਲੱਭਦੇ ਫਿਰਦੇ ਹਾਂ। ਠੀਕ ਹੈ ਨਾ। ਤਾਂ ਬਸ ਮੇਰਾ ਇਹੀ ਕਹਿਣਾ ਹੈ ਸਾਰੇ ਧਰਮ ਦੇ ਲੋਕਾਂ ਨੂੰ, ਸਾਰੇ ਪੰਜਾਬੀਆਂ ਨੂੰ ਇਹੀ ਕਹਿਣਾ ਕਿ ਜਿੰਨਾ ਇਕੱਠੇ ਹੋ ਕੇ ਰਹਿਣ, ਜਿੰਨਾ ਇਕੱਠੇ ਹੋ ਕੇ ਜ਼ਿੰਦਗੀ ਬਸਰ ਕਰਨ ਦੇ ਵਿੱਚ ਜਿਹੜਾ ਮਜ਼ਾ ਹੈ, ਉਹ ਇਕੱਲਿਆਂ ਰਹਿਣ ਦੇ ਵਿੱਚ ਨਹੀਂ। ਵੰਡੀਆਂ ਬਹੁਤ ਪੈ ਚੁੱਕੀਆਂ, ਪਰਿਵਾਰਾਂ 'ਚ ਵੀ ਪੈ ਚੁੱਕੀਆਂ, ਪਰਿਵਾਰ ਵੀ ਇਕੱਲੇ ਹੋ ਗਏ। ਬਸ ਇਕੱਠੇ ਹੋ ਜਾਓ, ਇਕੱਠੇ ਹੋ ਕੇ ਰਹੋ, ਬੰਦੇ ਨੂੰ ਬੰਦਾ ਸਮਝੋ, ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨ ਦੀ ਹੈ ਜਿਹੜਾ ਵੀ ਇਨਸਾਨ ਹੈ ਉਸ ਦੀ ਕਦਰ ਕਰੋ, ਉਸ ਨੂੰ ਇੱਜ਼ਤ ਦਿਓ, ਉਸ ਨੂੰ ਮਾਨਤਾ ਦਿਓ। ਬਸ ਇਹੀ ਕਹਿਣਾ ਹੈ ਮੇਰੇ ਵੱਲੋਂ, ਪ੍ਰਦੇਸ਼ ਟਾਈਮਜ਼ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਅਜੀਜ਼ ਪਰਮਪਾਲ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰਦੇਸ਼ ਟਾਈਮਜ਼। ਇਸ ਨੂੰ ਤੁਸੀਂ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਉਹਨਾਂ ਨੂੰ ਵੀ ਕਹੋ ਕਿ ਸਬਸਕ੍ਰਾਈਬ ਕਰਨ। ਸਤਿ ਸ਼੍ਰੀ ਅਕਾਲ ਜੀ।